ਕਰਨ ਜਾ ਰਹੇ ਹਾਂ ਉਹ ਹੈ ਵਿਜੇਨਗਰ ਸਾਮਰਾਜ। ਸਾਡਾ ਜੋ ਮੇਨ ਟੌਪਿਕ ਹੈ ਦੱਖਣੀ ਭਾਰਤ ਦੇ ਰਾਜ। ਦੱਖਣੀ ਭਾਰਤ ਦੇ ਰਾਜਾਂ ਦੇ ਵਿੱਚ ਦੋ ਰਾਜਵੰਸ਼ ਹੋਏ ਸਨ ਜਿਹੜੇ ਕਿ ਉਸ ਸਮੇਂ ਬਹੁਤ ਹੀ ਜ਼ਿਆਦਾ ਪਾਪੂਲਰ ਹੋਏ, ਬੜੇ ਹੀ ਮਸ਼ਹੂਰ ਹੋਏ। ਉਹਨਾਂ ਦੇ ਵਿੱਚ ਇੱਕ ਸੀ ਬਾਹਮਣੀ ਸਾਮਰਾਜ ਔਰ ਦੂਸਰਾ ਸੀ ਵਿਜੇਨਗਰ ਸਾਮਰਾਜ। ਵਿਜੇਨਗਰ ਸਾਮਰਾਜ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਅੱਜ ਜੋ ਸਾਡਾ ਟੌਪਿਕ ਹੈ ਜਿਸ ਵਿਸ਼ੇ 'ਤੇ ਅਸੀਂ ਗੱਲ ਕਰਨੀ ਹੈ ਉਹ ਇਹੀ ਸਾਮਰਾਜ ਹੈ, ਵਿਜੇਨਗਰ ਸਾਮਰਾਜ। ਸਭ ਤੋਂ ਪਹਿਲਾਂ ਅਸੀਂ ਇਸ ਦੇ ਉਥਾਨ ਅਤੇ ਵਿਕਾਸ 'ਤੇ ਗੱਲ ਕਰਾਂਗੇ ਕਿ ਵਿਜੇਨਗਰ ਅੰਪਾਇਰ ਰਾਈਜ਼ ਐਂਡ ਗਰੋਥ। ਕਿ ਮੁਹੰਮਦ ਤੁਗਲਕ ਦੇ ਸ਼ਾਸਨ ਕਾਲ ਦੇ ਵਿੱਚ ਦੱਖਣੀ ਭਾਰਤ ਦੇ ਵਿੱਚ ਵਿਜੇਨਗਰ ਦਾ ਉਥਾਨ ਹੋਇਆ ਸੀਗਾ। ਇਸ ਸਾਮਰਾਜ ਦੀ ਸਥਾਪਨਾ 1336 ਈਸਵੀ ਦੇ ਵਿੱਚ ਹਰੀਹਰ ਅਤੇ ਬੁੱਕਾ ਰਾਏ ਦੋ ਭਰਾਵਾਂ ਨੇ ਕੀਤੀ ਸੀ ਅਤੇ ਇਹ ਸੰਗਮ ਦੇ ਪੁੱਤਰ ਸੀਗੇ। ਇਸ ਕਰਕੇ ਇਸ ਰਾਜਵੰਸ਼ ਨੂੰ ਸੰਗਮ ਵੰਸ਼ ਵੀ ਕਿਹਾ ਜਾਂਦਾ ਹੈ। ਇਸ ਵੰਸ਼ ਦੇ ਰਾਜਿਆਂ ਨੇ ਲਗਭਗ 150 ਸਾਲ ਰਾਜ ਕੀਤਾ ਸੀਗਾ ਅਤੇ ਇਸ ਵੰਸ਼ ਪਿੱਛੋਂ ਸੁਲਭ ਵੰਸ਼, ਤੁਲਬ ਵੰਸ਼, ਅਰਵਿੰਦੂ ਵੰਸ਼ ਇਹਨਾਂ ਸਾਮਰਾਜ ਨੇ ਇਹਨਾਂ ਨੇ ਜਿਹੜੀ ਵਾਂਗਡੋਰ ਸੰਭਾਲੀ ਸੀ ਇਸ ਰਾਜਵੰਸ਼ ਤੋਂ ਬਾਅਦ। ਉਸ ਤੋਂ ਬਾਅਦ ਸਾਡੇ ਕੋਲ ਕਿ ਵਿਜੇਨਗਰ ਸਾਮਰਾਜ ਦੀ ਸਥਾਪਨਾ ਇੱਕ ਤਰ੍ਹਾਂ ਹਿੰਦੂ ਸ਼ਕਤੀ ਦੀ ਪੁਨਰ ਸਥਾਪਨਾ ਸੀ ਜਿਸ ਨੂੰ ਮੁਸਲਿਮ ਹਮਲਾਵਰਾਂ ਨੇ ਨਸ਼ਟ ਕਰਨ ਦਾ ਯਤਨ ਕੀਤਾ ਸੀ ਉਸ ਸਮੇਂ। ਅਤੇ ਵਿਜੇਨਗਰ ਦਾ ਇਤਿਹਾਸ ਸੁਤੰਤਰ ਹਿੰਦੂ ਦੱਖਣੀ ਭਾਰਤ ਦੇ ਇਤਿਹਾਸ ਵਿੱਚ ਅੰਤਿਮ ਗੌਰਵਪੂਰਨ ਜਿਹੜਾ ਉਹ ਅਧਿਆਇ ਮੰਨਿਆ ਜਾਂਦਾ ਹੈ, ਕਿਉਂਕਿ ਉਸ ਤੋਂ ਬਾਅਦ ਦੇ ਵਿੱਚ ਮੁਸਲਿਮ ਹਮਲਾਵਰਾਂ ਨੇ ਉਹਨਾਂ 'ਤੇ ਆਪਣਾ ਭਾਰਤ ਦੇ ਉਸ ਇਲਾਕਿਆਂ ਦੇ ਉੱਤੇ ਕਬਜ਼ਾ ਕਰ ਲਿਆ ਸੀਗਾ। ਇਸ ਵਿਜੇਨਗਰ ਸਾਮਰਾਜ ਦੇ ਉਥਾਨ ਅਤੇ ਵਿਕਾਸ ਤੋਂ ਬਾਅਦ ਸਭ ਤੋਂ ਪਹਿਲਾਂ ਜੋ ਤੁਸੀਂ ਦੇਖ ਰਹੇ ਹੋ ਸਕਰੀਨ ਦੇ ਉੱਪਰ, ਸਭ ਤੋਂ ਪਹਿਲਾਂ ਅਸੀਂ ਡਿਸਕਸ ਕਰਾਂਗੇ ਕਿ ਸੰਗਮ ਵੰਸ਼ ਦੇ ਸ਼ਾਸਕ, ਰੂਲਰਸ ਆਫ ਸੰਗਮ ਡਾਇਨੈਸਟੀ, ਜਿਸ ਦੇ ਵਿੱਚ ਸਭ ਤੋਂ ਪਹਿਲਾਂ ਹੈ ਹਰੀਹਰ ਪਹਿਲਾ। 1336 ਈਸਵੀ ਤੋਂ ਲੈ ਕੇ 1356 ਈਸਵੀ ਤੱਕ ਹਰੀਹਰ ਪਹਿਲਾ ਨੇ ਰਾਜ ਕੀਤਾ ਸੀ। ਕਿ ਉਹ ਇੱਕ ਸਫਲ ਸੈਨਾਪਤੀ ਸੀਗਾ, ਇੱਕ ਯੋਗ ਪ੍ਰਬੰਧਕ ਸੀਗਾ ਕਿ ਜਿਸ ਦੇ ਸ਼ਾਸਨ ਕਾਲ ਵਿੱਚ ਵਿਜੇਨਗਰ ਨੇ ਇੱਕ ਬਹੁਤ ਵੱਡੇ ਸਾਮਰਾਜ ਦਾ ਰੂਪ ਧਾਰਨ ਕਰ ਲਿਆ ਸੀ। ਉਸਨੇ ਹੋਇਸਲ ਅਤੇ ਬਨਵਾਸੀ ਦੇ ਸ਼ਾਸਕਾਂ ਵਿਰੁੱਧ ਸਫਲ ਯੁੱਧ ਕੀਤੇ ਸੀਗੇ ਅਤੇ ਉਹਨਾਂ ਦੇ ਬਹੁਤ ਸਾਰੇ ਪ੍ਰਦੇਸ਼ਾਂ ਨੂੰ ਆਪਣੇ ਅਧਿਕਾਰ ਹੇਠ ਕਰ ਲਿਆ ਸੀ। ਉੱਥੇ ਉਸਨੇ ਬਹੁਤ ਹੀ ਇੱਕ ਅੱਛਾ ਸ਼ਾਸਨ ਪ੍ਰਬੰਧ ਉਸ ਇਲਾਕੇ ਦੇ ਵਿੱਚ ਚਲਾਇਆ। ਉਸ ਦੀ ਮੌਤ ਤੋਂ ਜਦੋਂ ਉਸ ਦੀ ਮੌਤ ਹੋਈ ਹਰੀਹਰ ਪਹਿਲਾ ਦੀ, ਤਾਂ ਉਸ ਸਮੇਂ ਵਿਜੇਨਗਰ ਸਾਮਰਾਜ ਦੀਆਂ ਜਿਹੜੀਆਂ ਹੱਦਾਂ ਸੀਗੀਆਂ ਉਹ ਕ੍ਰਿਸ਼ਨਾ ਨਦੀ ਤੋਂ ਲੈ ਕੇ ਉੱਤਰ ਵਿੱਚ ਕ੍ਰਿਸ਼ਨਾ ਨਦੀ ਤੋਂ ਲੈ ਕੇ ਦੱਖਣ ਵਿੱਚ ਕਾਵੇਰੀ ਨਦੀ ਤੱਕ ਉਸ ਦੇ ਸਾਮਰਾਜ ਦੀਆਂ ਜਿਹੜੀਆਂ ਸੀਮਾਵਾਂ ਸਨ ਉਹ ਫੈਲੀਆਂ ਹੋਈਆਂ ਸਨ। ਉਹ ਇੱਕ ਸਫਲ ਜੇਤੂ ਤਾਂ ਸੀ, ਇਸ ਦੇ ਨਾਲ ਨਾਲ ਇੱਕ ਸਫਲ ਕੁਸ਼ਲ ਸ਼ਾਸਕ ਪ੍ਰਬੰਧਕ ਵੀ ਸੀ। ਉਸ ਤੋਂ ਬਾਅਦ ਸੰਗਮ ਵੰਸ਼ ਦੇ ਸੈਕਿੰਡ ਸ਼ਾਸਕ ਦੀ ਅਸੀਂ ਗੱਲ ਕਰਦੇ ਹਾਂ, ਉਹ ਹੈ ਬੁੱਕਾ ਰਾਏ। ਬੁੱਕਾ ਰਾਏ ਨੇ ਹਰੀਹਰ ਪਹਿਲੇ ਦੀ ਮੌਤ ਤੋਂ ਪਿੱਛੋਂ ਆਪਣਾ ਬੁੱਕਾ ਰਾਏ ਜਿਹੜਾ ਉਹ ਵਿਜੇਨਗਰ ਦਾ ਸਮਰਾਟ ਬਣਿਆ ਸੀਗਾ। ਇਹ ਹਰੀਹਰ ਪਹਿਲਾ ਦਾ ਭਰਾ ਸੀ ਅਤੇ ਉਸਨੇ 1356 ਈਸਵੀ ਤੋਂ ਲੈ ਕੇ 1377 ਈਸਵੀ ਤੱਕ ਰਾਜ ਕੀਤਾ ਸੀਗਾ। ਉਸ ਦੇ ਰਾਜਕਾਲ ਦੇ ਸਮੇਂ ਜ਼ਿਆਦਾਤਰ ਸਮਾਂ ਉਸਨੇ ਗੁਆਂਢੀ ਰਾਜਾ ਦੇ ਨਾਲ ਯੁੱਧਾਂ ਵਿੱਚ ਬਤੀਤ ਕੀਤਾ ਸੀਗਾ ਅਤੇ ਸਾਮਰਾਜ ਦਾ ਵਿਸਥਾਰ ਕੀਤਾ ਸੀ। ਉਸਨੇ ਬਾਹਮਣੀ ਸਾਮਰਾਜ ਦੇ ਰਾਜਿਆਂ ਨਾਲ ਵੀ ਬਹੁਤ ਯੁੱਧ ਕੀਤੇ ਸੀਗੇ ਅਤੇ ਉਹਨਾਂ ਯੁੱਧਾਂ ਦੇ ਵਿੱਚ ਬੁੱਕਾ ਰਾਏ ਦਾ ਪਲੜਾ ਭਾਰੀ ਵੀ ਰਿਹਾ ਸੀ। ਇਸ ਤਰ੍ਹਾਂ ਉਹ ਕਹਿੰਦੇ ਕਿ ਬੁੱਕਾ ਰਾਏ ਆਪਣੇ ਯੁੱਗ ਦੇ ਮਹਾਨ ਬਾਦਸ਼ਾਹਾਂ ਵਿੱਚੋਂ ਇੱਕ ਸੀ ਅਤੇ ਵਿਜੇਨਗਰ ਸਾਮਰਾਜ ਦਾ ਵਾਸਤਵਿਕ ਨਿਰਮਾਤਾ ਵੀ ਸੀ। ਉਸ ਤੋਂ ਬਾਅਦ ਸੰਗਮ ਵੰਸ਼ ਦੇ ਥਰਡ ਸ਼ਾਸਕ ਦੀ ਅਸੀਂ ਗੱਲ ਕਰਦੇ ਹਾਂ, ਜਿਹੜਾ ਉਸ ਸੰਗਮ ਵੰਸ਼ ਦਾ ਤੀਸਰਾ ਸ਼ਾਸਕ ਸੀ ਹਰੀਹਰ ਦੂਜਾ। 1377 ਈਸਵੀ ਤੋਂ ਲੈ ਕੇ 1404 ਈਸਵੀ ਤੱਕ ਹਰੀਹਰ ਦੂਜਾ ਨੇ ਆਪਣਾ ਜਿਹੜਾ ਉਹ ਸ਼ਾਸਨ ਚਲਾਇਆ ਸੀਗਾ। ਕਿ ਬੁੱਕਾ ਰਾਏ ਦੀ ਮੌਤ ਤੋਂ ਪਿੱਛੋਂ ਹਰੀਹਰ ਦੂਜਾ ਜਿਹੜਾ ਉਹ ਵਿਜੇਨਗਰ ਦਾ ਸਮਰਾਟ ਬਣਿਆ ਸੀਗਾ ਤੇ ਉਸਨੇ ਮਹਾਰਾਜਾ ਧੀਰਾਜ ਅਤੇ ਰਾਜਾ ਪਰਮੇਸ਼ਵਰ ਦੀਆਂ ਉਪਾਧੀਆਂ ਧਾਰਨ ਕੀਤੀਆਂ ਸਨ। 1398 ਈਸਵੀ ਵਿੱਚ ਉਸਨੇ ਬਾਹਮਣੀ ਰਾਜ ਦੇ ਰਾਇਚੂਰ ਦੁਆਬ ਉੱਤੇ ਹਮਲਾ ਕੀਤਾ ਸੀ ਅਤੇ ਬਾਹਮਣੀ ਸ਼ਾਸਕ ਫਿਰੋਜ਼ ਨੇ ਹਰੀਹਰ ਨੂੰ ਹਰਾ ਦਿੱਤਾ। ਮੰਨਿਆ ਜਾਂਦਾ ਹੈ ਕਿ ਰਾਜਕਾਲ ਵਿੱਚ ਮੈਸੂਰ, ਕਨਾਰਾ, ਤ੍ਰਿਚਨਾਪੱਲੀ ਅਤੇ ਕਾਂਚੀ ਦੇ ਇਲਾਕੇ
ਵਿਜੇ ਸਾਮਰਾਜ ਦੇ ਵਿੱਚ ਸ਼ਾਮਲ ਕਰ ਲਏ ਗਏ ਸਨ। ਉਸ ਤੋਂ ਬਾਅਦ ਨੈਕਸਟ ਹੈ ਸਾਡੇ ਕੋਲ ਇਹੀ ਸੰਗਮ ਵੰਸ਼ ਦੇ ਸ਼ਾਸਕਾਂ ਦੇ ਵਿੱਚੋਂ ਦੇਵ ਰਾਏ ਪਹਿਲਾ। 1406 ਈਸਵੀ ਤੋਂ 1422 ਈਸਵੀ ਤੱਕ ਦੇਵ ਰਾਏ ਪਹਿਲਾ ਨੇ ਜਿਹੜਾ ਸ਼ਾਸਨ ਕੀਤਾ ਸੀਗਾ ਕਿ ਹਰੀਹਰ ਦੂਜੇ ਦੀ ਜਦੋਂ ਮੌਤ ਹੋ ਗਈ ਤਾਂ ਉਸ ਦੀ ਮੌਤ ਤੋਂ ਪਿੱਛੋਂ ਉਸ ਦੇ 3 ਜਿਹੜੇ ਪੁੱਤਰ ਸੀ ਉਸਦੇ, ਉਹਨਾਂ ਵਿਚਕਾਰ ਰਾਜ ਗੱਦੀ ਦੇ ਲਈ ਝਗੜਾ ਚੱਲਦਾ ਰਿਹਾ ਅਤੇ ਜਿਹੜਾ 2 ਸਾਲਾਂ ਤੱਕ ਚੱਲਦਾ ਰਿਹਾ ਸੀ। ਤਾਂ ਉਸ ਤੋਂ ਬਾਅਦ 1406 ਈਸਵੀ ਵਿੱਚ ਦੇਵ ਰਾਏ ਰਾਜ ਗੱਦੀ ਨੂੰ ਪ੍ਰਾਪਤ ਕਰਨ ਦੇ ਵਿੱਚ ਸਫਲ ਹੋ ਗਿਆ ਸੀ। ਉਸਨੇ 16 ਸਾਲਾਂ ਤੱਕ ਰਾਜ ਕੀਤਾ ਸੀਗਾ ਅਤੇ ਉਸ ਦੀ ਸਭ ਤੋਂ ਮਹੱਤਵਪੂਰਨ ਜਿਹੜੀ ਸਫਲਤਾ ਸੀ ਉਹ ਸੀ ਬਾਹਮਣੀ ਸੁਲਤਾਨ ਫਿਰੋਜ਼ ਨੂੰ ਹਰਾਉਣਾ। ਕਹਿੰਦੇ ਕਿ ਉਸਨੇ ਅਰਬ ਦੇਸ਼ਾਂ ਤੋਂ ਵਧੀਆ ਕਿਸਮ ਦੇ ਘੋੜੇ ਮੰਗਵਾਏ ਸੀਗੇ ਅਤੇ ਉਹਨਾਂ ਨੂੰ ਉਸ ਦੇ ਨਾਲ ਉਸਨੇ ਆਪਣੀ ਸੈਨਿਕ ਸ਼ਕਤੀ ਜਿਹੜੀ ਸੀਗੀ ਉਸ ਨੂੰ ਬਹੁਤ ਜ਼ਿਆਦਾ ਚੰਗੇ ਤਰੀਕੇ ਨਾਲ ਸੰਗਠਿਤ ਕੀਤਾ ਔਰ ਆਪਣੀ ਜਿਹੜੀ ਉਸ ਦੀ ਸੈਨਿਕ ਸ਼ਕਤੀ ਨੂੰ ਉਸਨੇ ਬਹੁਤ ਜ਼ਿਆਦਾ ਵਧਾਇਆ, ਜਿਹੜੀ ਕਿ ਬਾਅਦ ਦੇ ਵਿੱਚ ਦੁਸ਼ਮਣਾਂ ਦੇ ਨਾਲ ਮੁਕਾਬਲਾ ਕਰਨ ਦੇ ਵਿੱਚ ਬਹੁਤ ਹੀ ਜ਼ਿਆਦਾ ਸਹਾਇਕ ਸਿੱਧ ਹੋਈ ਸੀਗੀ। ਉਸ ਤੋਂ ਬਾਅਦ ਨੈਕਸਟ ਹੈ ਸਾਡੇ ਕੋਲ ਦੇਵ ਰਾਏ ਦੂਜਾ। ਪਹਿਲਾਂ ਆਪਾਂ ਹੁਣੇ ਗੱਲ ਕਰਕੇ ਹਟੇ ਹਾਂ ਕਿ ਦੇਵ ਰਾਏ ਪਹਿਲੇ ਦੀ, ਉਸ ਤੋਂ ਬਾਅਦ ਹੈ ਸਾਡੇ ਕੋਲ ਦੇਵ ਰਾਏ ਦੂਜਾ। ਉਸ ਨੇ 1430 ਈਸਵੀ ਤੋਂ ਲੈ ਕੇ 1446 ਈਸਵੀ ਤੱਕ ਸ਼ਾਸਨ ਕੀਤਾ ਸੀਗਾ। ਉਹ ਵੀ ਇੱਕ ਬਹੁਤ ਹੀ ਜਿਹੜਾ ਕਿ ਬਹਾਦਰ ਯੋਧਾ ਸੀਗਾ। ਉਸਨੇ ਬਾਹਮਣੀ ਰਾਜਾਂ ਦੇ ਵਿਰੁੱਧ ਬਹੁਤ ਯੁੱਧ ਲੜੇ ਸੀਗੇ, ਜਿਸ ਦੇ ਵਿੱਚ ਉਸਨੇ ਅਨੇਕਾਂ ਸਫਲਤਾਵਾਂ ਵੀ ਪ੍ਰਾਪਤ ਕੀਤੀਆਂ ਸਨ। ਉਸ ਦੀਆਂ ਜਿੱਤਾਂ ਦੇ ਫਲਸਰੂਪ ਵਿਜੇਨਗਰ ਸਾਮਰਾਜ ਕ੍ਰਿਸ਼ਨਾ ਨਦੀ ਤੋਂ ਲੈ ਕੇ ਲੰਕਾ ਤੱਕ ਅਤੇ ਅਰਬ ਸਾਗਰ ਤੋਂ ਲੈ ਕੇ ਬੰਗਾਲ ਦੀ ਖਾੜੀ ਤੱਕ ਫੈਲਿਆ ਹੋਇਆ ਸੀ ਅਤੇ ਉਸਨੇ ਵੀ ਮੁਸਲਮਾਨ ਘੋੜਸਵਾਰਾਂ ਨੂੰ ਸੈਨਾ ਦੇ ਵਿੱਚ ਭਰਤੀ ਕੀਤਾ ਸੀ। ਉਸ ਤੋਂ ਬਾਅਦ ਨੈਕਸਟ ਹੈ ਸਾਡੇ ਕੋਲ ਕਿ ਸੰਗਮ ਵੰਸ਼ ਦੇ ਅੰਤਲੇ ਰਾਜੇ, ਲੇਟਰ ਕਿੰਗਸ ਆਫ ਸੰਗਮ ਡਾਇਨੈਸਟੀ। ਸੰਗਮ ਵੰਸ਼ ਦੇ ਅੰਤਲੇ ਰਾਜਿਆਂ ਵਿੱਚ ਅਸੀਂ ਗੱਲ ਕਰਦੇ ਹਾਂ ਤਾਂ ਵਿਜੇ ਦੂਜਾ, ਮਲਿਕਾਰਜੁਨ ਅਤੇ ਵਿਰੂਪਾਕਸ਼ ਦੂਜਾ ਇਹ ਸੰਗਮ ਵੰਸ਼ ਦੇ ਹਾਕਮ ਹੋਏ ਸੀਗੇ। ਬਾਅਦ ਦੇ ਵਿੱਚ 1485 ਈਸਵੀ ਦੇ ਵਿੱਚ ਚੰਦਰਗਿਰੀ ਦੇ ਇੱਕ ਹਿੰਦੂ ਸਰਦਾਰ ਨਰਸਿੰਘ ਨੇ ਵਿਰੂਪਾਕਸ਼ ਨੂੰ ਗੱਦੀ ਤੋਂ ਉਤਾਰ ਦਿੱਤਾ ਸੀਗਾ ਅਤੇ ਸੁਲਮ ਵੰਸ਼ ਦੀ ਨੀਂਹ ਰੱਖੀ ਸੀ। ਤਾਂ ਇਸ ਤਰ੍ਹਾਂ ਅਸੀਂ ਦੇਖਿਆ ਕਿ ਇਸ ਸੰਗਮ ਵੰਸ਼ ਤੋਂ ਬਾਅਦ ਸੁਲਮ ਵੰਸ਼ ਦੀ ਸਥਾਪਨਾ ਹੋਈ, ਜਿਸ ਦੇ ਵਿੱਚ ਹੁਣ ਅਸੀਂ ਡਿਸਕਸ ਕਰਾਂਗੇ ਸੁਲਮ ਵੰਸ਼ ਦੇ ਸ਼ਾਸਕ। ਕਿਉਂਕਿ ਸੰਗਮ ਵੰਸ਼ ਦੇ ਜਦੋਂ ਲਾਸਟ ਸ਼ਾਸਕ ਦੀ ਮੌਤ ਹੋਈ ਤਾਂ ਉਸ ਤੋਂ ਬਾਅਦ ਨਰਸਿੰਘ ਨੇ ਸੁਲਮ ਵੰਸ਼ ਦੀ ਸਥਾਪਨਾ ਕੀਤੀ ਸੀ। ਤਾਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਨਰਸਿੰਘ ਦੇ ਬਾਰੇ। ਨਰਸਿੰਘ ਨੇ 1485 ਈਸਵੀ ਤੋਂ ਲੈ ਕੇ 1490 ਈਸਵੀ ਤੱਕ ਸ਼ਾਸਨ ਕੀਤਾ ਸੀਗਾ। ਕਹਿੰਦੇ ਕਿ ਸੁਲਮ ਵੰਸ਼ ਦਾ ਮੋਢੀ ਮੰਨਿਆ ਜਾਂਦਾ ਇਸ ਨੂੰ ਅਤੇ ਉਹ ਇੱਕ ਸ਼ਕਤੀਸ਼ਾਲੀ ਸ਼ਾਸਕ ਸੀਗਾ ਤੇ ਉਸਨੇ ਉਸ ਸਮੇਂ ਜਿਹੜੇ ਕਿ ਬਹੁਤ ਸਾਰੇ ਪ੍ਰਾਂਤ ਸੁਤੰਤਰ ਹੋ ਚੁੱਕੇ ਸੀਗੇ ਉਹਨਾਂ ਦੇ ਉੱਪਰ ਉਸਨੇ ਦੁਬਾਰਾ ਮੁੜ ਤੋਂ ਅਧਿਕਾਰ ਕੀਤਾ ਸੀਗਾ ਅਤੇ ਉਹਨਾਂ ਉੱਪਰ ਆਪਣਾ ਕਬਜ਼ਾ ਕਾਇਮ ਕੀਤਾ। ਤੇ ਉਸ ਤੋਂ ਬਾਅਦ ਉਸਨੇ ਬਾਹਮਣੀ ਅਤੇ ਉੜੀਸਾ ਦੇ ਸ਼ਾਸਕਾਂ ਵਿਰੁੱਧ ਵੀ ਲੜਾਈਆਂ ਲੜੀਆਂ, ਪਰ ਉਸ ਨੂੰ ਉਹਨਾਂ ਲੜਾਈਆਂ ਦੇ ਵਿੱਚ ਸਫਲਤਾ ਪ੍ਰਾਪਤ ਨਹੀਂ ਹੋ ਸਕੀ ਸੀ। ਉਸ ਤੋਂ ਬਾਅਦ ਨੈਕਸਟ ਹੈ ਸਾਡੇ ਕੋਲ ਨਰਸ ਨਾਇਕ। ਨਰਸ ਨਾਇਕ ਨਰਸਿੰਘ ਤੋਂ ਬਾਅਦ ਦੂਸਰਾ ਸੁਲਮ ਵੰਸ਼ ਦਾ ਸ਼ਾਸਕ ਸੀਗਾ, ਜਿਸ ਨੇ 1490 ਤੋਂ 1503 ਈਸਵੀ ਤੱਕ ਸ਼ਾਸਨ ਕੀਤਾ ਸੀਗਾ। ਕਹਿੰਦੇ ਕਿ ਜਦੋਂ ਨਰਸਿੰਘ ਦੀ ਮੌਤ ਹੋਈ ਸੀ ਤਾਂ ਉਸਦੇ 2 ਨਾਬਾਲਿਗ ਪੁੱਤਰਾਂ ਦੇ ਵਿਚਕਾਰ ਗੱਦੀ ਜਿਹੜੇ ਵਾਰੀ-ਵਾਰੀ ਗੱਦੀ ਉੱਤੇ ਬੈਠੇ ਸੀਗੇ, ਪਰ ਉਸ ਸਮੇਂ ਜਿਹੜੀ ਰਾਜ ਦੀ ਸੱਤਾ ਸੀਗੀ ਉਹ ਇੱਕ ਪ੍ਰਸਿੱਧ ਜਿਹੜੀ ਇੱਕ ਉਸ ਸਮੇਂ ਪਰਸਨ ਸੀ ਨਰਸ ਨਾਇਕ, ਜਿਹੜਾ ਕਿ ਤੁਸੀਂ ਦੇਖ ਰਹੇ ਹੋ ਸਕਰੀਨ ਦੇ ਉੱਪਰ। ਉਸਨੇ ਉਸ ਸਮੇਂ ਸੱਤਾ ਸੰਭਾਲੀ ਹੋਈ ਸੀ, ਜੋ ਕਿ ਪ੍ਰਧਾਨ ਮੰਤਰੀ ਦੇ ਪਦ ਉੱਤੇ ਉਸ ਸਮੇਂ ਤਾਇਨਾਤ ਸੀ ਅਤੇ ਬਹੁਤ ਹੀ ਇੱਕ ਚੰਗਾ ਸਰਪ੍ਰਸਤ ਔਰ ਇੱਕ ਚੰਗਾ ਸੈਨਾਪਤੀ ਸੀ। ਉਸਨੇ ਚੌਲ ਅਤੇ ਪਾਂਡਿਆ ਸਰਦਾਰਾਂ ਨੂੰ ਹਰਾਇਆ ਸੀ ਉਸ ਸਮੇਂ ਅਤੇ ਆਪਣੇ ਸਾਮਰਾਜ ਦਾ ਵਿਸਥਾਰ ਕੀਤਾ ਸੀ। ਤੇ 1503 ਵਿੱਚ ਉਸ ਦੀ ਮੌਤ ਤੋਂ ਪਿੱਛੋਂ ਉਸ ਦਾ ਪੁੱਤਰ ਵੀਰ ਨਰਸਿੰਘ ਸਰਪ੍ਰਸਤ ਬਣਿਆ ਸੀਗਾ, ਪਰ ਉਸ ਨੂੰ ਕਹਿੰਦੇ ਕਿ ਰਾਜਾ ਉਸ ਨੂੰ ਕਤਲ ਕਰਵਾ ਦਿੱਤਾ ਗਿਆ ਸੀ ਅਤੇ ਬਾਅਦ ਦੇ ਵਿੱਚ ਕਹਿੰਦੇ ਕਿ ਤੁਲਮ ਵੰਸ਼ ਦੀ ਨੀਂਹ ਰੱਖੀ ਗਈ ਸੀਗੀ, ਜਿਹੜਾ ਕਿ ਇਸ ਤੋਂ ਅਸੀਂ ਨੈਕਸਟ ਤੁਸੀਂ ਦੇਖ ਰਹੇ ਹੋ ਕਿ ਸਾਡੇ ਕੋਲ ਨੈਕਸਟ ਸੰਗਮ ਵੰਸ਼ ਆ ਗਿਆ। ਉਸ ਤੋਂ ਬਾਅਦ ਅਸੀਂ ਸੁਲਮ ਵੰਸ਼ ਕੀਤਾ, ਤਾਂ ਹੁਣ ਅਸੀਂ ਗੱਲ ਕਰ ਰਹੇ ਹਾਂ ਤੁਲਮ ਵੰਸ਼ ਦੇ ਬਾਰੇ ਕਿ ਤੁਲਮ ਵੰਸ਼ ਦੇ ਕਿਹੜੇ-ਕਿਹੜੇ ਸ਼ਾਸਕ ਸਾਡੇ ਕੋਲ ਸਨ।
ਜਿਸ ਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਕੋਲ ਵੀਰ ਨਰਸਿੰਘ। ਵੀਰ ਨਰਸਿੰਘ ਤੁੱਲੋ ਵੰਸ਼ ਦਾ ਪਹਿਲਾ ਰਾਜਾ ਸੀਗਾ ਜਿਸ ਨੇ ਲਗਭਗ 5 ਸਾਲ ਰਾਜ ਕੀਤਾ ਸੀਗਾ ਅਤੇ ਉਸਨੇ ਆਪਣੇ ਰਾਜ ਦੇ ਵਿੱਚ ਹੋਣ ਵਾਲੀਆਂ ਬਹੁਤ ਸਾਰੀਆਂ ਬਗਾਵਤਾਂ ਨੂੰ ਵੀ ਦਬਾਇਆ ਸੀ। ਵੀਰ ਨਰਸਿੰਘ ਨੇ 1505 ਈਸਵੀ ਤੋਂ ਲੈ ਕੇ 1509 ਈਸਵੀ ਤੱਕ ਸ਼ਾਸਨ ਕੀਤਾ ਸੀ। ਉਸ ਤੋਂ ਬਾਅਦ ਸੈਕਿੰਡ ਹੈ ਸਾਡੇ ਕੋਲ ਕ੍ਰਿਸ਼ਨ ਦੇਵ ਰਾਏ 1509 ਈਸਵੀ ਤੋਂ 1529 ਈਸਵੀ। ਕ੍ਰਿਸ਼ਨ ਦੇਵ ਰਾਏ ਕਹਿੰਦੇ ਕਿ ਵੀਰ ਨਰਸਿੰਘ ਦੀ ਮੌਤ ਤੋਂ ਪਿੱਛੋਂ ਕ੍ਰਿਸ਼ਨ ਦੇਵ ਰਾਏ 26 ਜੁਲਾਈ 1509 ਈਸਵੀ ਨੂੰ ਰਾਜਗੱਦੀ ਉੱਤੇ ਬੈਠਿਆ ਸੀਗਾ, ਜਿਹੜਾ ਕਿ ਨਰਸਿੰਘ ਦਾ ਬ੍ਰਦਰ ਸੀ, ਭਰਾ ਸੀ ਉਸਦਾ। ਉਸਨੇ 20 ਸਾਲ ਸਫਲਤਾਪੂਰਵਕ ਰਾਜ ਕੀਤਾ ਸੀ ਵਿਜੇਨਗਰ ਰਾਜ ਦੇ ਵਿੱਚ। ਜੇ ਅਸੀਂ ਸਮਝੀਏ ਕਿ ਸਭ ਤੋਂ ਜਿਹੜਾ ਖਾਸ ਅਤੇ ਵਿਸ਼ੇਸ਼ ਯੋਗਦਾਨ ਹੈ ਉਹ ਕ੍ਰਿਸ਼ਨ ਦੇਵ ਰਾਏ ਦਾ ਸੀ। ਇਸ ਨੇ ਆਪਣੇ ਸਮੇਂ ਦੇ ਦੌਰਾਨ ਵਿਜੇਨਗਰ ਸਾਮਰਾਜ ਦੇ ਲਈ ਬਹੁਤ ਕੁਝ ਕੀਤਾ ਸੀਗਾ। ਹਰ ਅਸੀਂ ਜਦੋਂ ਪਹਿਲੂ 'ਤੇ ਵਿਚਾਰਦੇ ਹਾਂ ਤਾਂ ਜਿੱਤਾਂ ਦੇ ਵਿੱਚ ਸਾਮਰਾਜ ਨੂੰ ਉੱਨਤੀ 'ਤੇ ਲਿਆਉਣ ਲਈ, ਉਸ ਤੋਂ ਇਲਾਵਾ ਪ੍ਰਜਾ ਦੀ ਖੁਸ਼ਹਾਲੀ ਦੇ ਲਈ ਕ੍ਰਿਸ਼ਨ ਦੇਵ ਰਾਏ ਨੇ ਬਹੁਤ ਕਾਰਜ ਕੀਤੇ ਸਨ। ਜਿਸ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਇਸ ਦੀਆਂ ਜਿੱਤਾਂ ਦੇ ਬਾਰੇ ਗੱਲ ਕਰਦੇ ਹਾਂ ਕਿ ਕਨਕੁਐਸਟ ਜਿੱਤਾਂ। ਕਹਿੰਦੇ ਕਿ ਉਹ ਇੱਕ ਸੂਰਵੀਰ ਯੋਧਾ ਸੀਗਾ ਜਿਹੜਾ ਕਿ ਯੁੱਧ ਕਲਾ ਦੇ ਵਿੱਚ ਬਹੁਤ ਨਿਪੁੰਨ ਸੀਗਾ। ਉਸਨੇ ਬਹੁਤ ਯੁੱਧ ਲੜੇ ਅਤੇ ਵਿਜੇਨਗਰ ਸਾਮਰਾਜ ਦਾ ਬਹੁਤ ਹੀ ਜ਼ਿਆਦਾ ਵਿਸਥਾਰ ਕੀਤਾ ਸੀ। 1509 ਈਸਵੀ ਦੇ ਅੰਤ ਵਿੱਚ ਜਦੋਂ ਬਾਹਮਣੀ ਸੁਲਤਾਨ ਮਹਿਮੂਦ ਸ਼ਾਹ ਨੇ ਆਪਣਾ ਵਿਜੇਨਗਰ ਸਾਮਰਾਜ ਦੇ ਉੱਤੇ ਚੜ੍ਹਾਈ ਕਰ ਦਿੱਤੀ, ਹਮਲਾ ਕਰ ਦਿੱਤਾ, ਤਾਂ ਕ੍ਰਿਸ਼ਨ ਦੇਵ ਰਾਏ ਨੇ ਆਪਣੀਆਂ ਸੈਨਾਵਾਂ ਨੂੰ ਉਸ ਦੇ ਖਿਲਾਫ ਭੇਜਿਆ ਅਤੇ ਬਾਹਮਣੀ ਸੁਲਤਾਨ ਦੀਆਂ ਸੈਨਾਵਾਂ ਨੂੰ ਬਹੁਤ ਬੁਰੀ ਤਰ੍ਹਾਂ ਹਰਾਇਆ। ਉਸ ਤੋਂ ਬਾਅਦ ਉਸ ਦੀਆਂ ਸੈਨਾਵਾਂ ਨੇ ਦੁਸ਼ਮਣਾਂ ਦਾ ਪਿੱਛਾ ਕਰਕੇ ਉਹਨਾਂ ਨੂੰ ਦੁਬਾਰਾ ਇੱਕ ਜਗ੍ਹਾ 'ਤੇ ਹਰਾਇਆ ਅਤੇ ਉਸ ਲੜਾਈ ਦੇ ਵਿੱਚ ਬੀਜਾਪੁਰ ਰਾਜ ਦਾ ਸੰਸਥਾਪਕ ਸੀ ਜਿਹੜਾ ਯੂਸਫ ਆਦਿਲ ਖਾਂ ਜਿਹੜਾ ਸੀ ਉਹ ਉਸ ਸਮੇਂ ਵਿਜੇਨਗਰ ਸਾਮਰਾਜ ਦਾ ਕੱਟੜ ਦੁਸ਼ਮਣ ਸੀ ਅਤੇ ਉਹ ਉਸ ਲੜਾਈ ਦੇ ਵਿੱਚ ਮਾਰਿਆ ਗਿਆ। ਇਸ ਤਰ੍ਹਾਂ ਬਾਅਦ ਦੇ ਵਿੱਚ ਗੁਲਬਰਗਾ ਅਤੇ ਬਿਦਰ ਉੱਤੇ ਵੀ ਕ੍ਰਿਸ਼ਨ ਦੇਵ ਰਾਏ ਨੇ ਕਬਜ਼ਾ ਕਰ ਲਿਆ ਸੀਗਾ ਅਤੇ ਬਾਅਦ ਦੇ ਵਿੱਚ ਉਹ ਕਹਿੰਦੇ ਕਿ ਇਹਨਾਂ ਸੁਲਤਾਨਾਂ ਤੋਂ ਖੋਇਆ ਹੋਇਆ ਇਲਾਕਾ ਬਾਅਦ 'ਚ ਵਾਪਸ ਵੀ ਕਰ ਦਿੱਤਾ ਗਿਆ ਸੀਗਾ। ਅਤੇ 1513 ਈਸਵੀ ਦੇ ਵਿੱਚ ਕ੍ਰਿਸ਼ਨ ਦੇਵ ਨੇ ਉਦੈਗਿਰੀ ਦੇ ਕਿਲ੍ਹੇ ਨੂੰ ਫਤਿਹ ਕਰ ਲਿਆ। ਕੁਝ ਸਮੇਂ ਪਿੱਛੋਂ ਕ੍ਰਿਸ਼ਨ ਦੇਵ ਨੇ ਕੌਂਡਵਿਡੂ ਅਤੇ ਕੌਂਡਪੱਲੀ ਦੇ ਕਿਲ੍ਹੇ ਨੂੰ ਵੀ ਵਿਜੇ ਕਰ ਲਿਆ ਸੀਗਾ, ਜਿੱਤ ਲਿਆ ਸੀਗਾ। ਬਾਅਦ ਦੇ ਵਿੱਚ 1518 ਈਸਵੀ ਜਦੋਂ ਕ੍ਰਿਸ਼ਨ ਦੇਵ ਨੇ ਕਟਕ ਉੱਤੇ ਹਮਲਾ ਕੀਤਾ ਤਾਂ ਉੜੀਸਾ ਦੇ ਸ਼ਾਸਕ ਨੇ ਮਜਬੂਰ ਹੋ ਕੇ ਬਾਅਦ ਦੇ ਵਿੱਚ ਆਪਣੀ ਬੇਟੀ ਦਾ ਜਿਹੜਾ ਵਿਆਹ ਸੀ ਉਹ ਕ੍ਰਿਸ਼ਨ ਦੇਵ ਰਾਏ ਨਾਲ ਕਰ ਦਿੱਤਾ ਸੀ ਅਤੇ ਇਸ ਤੋਂ ਬਾਅਦ ਉੜੀਸਾ ਦੇ ਸ਼ਾਸਕ ਦੇ ਜਿਹੜੇ ਇਲਾਕੇ ਸੀਗੇ ਉਹ ਕ੍ਰਿਸ਼ਨ ਰਾਏ ਨੇ ਜਿਹੜੇ ਵਾਪਸ ਕਰ ਦਿੱਤੇ ਸੀਗੇ। ਤਾਂ ਬਾਅਦ ਦੇ ਵਿੱਚ ਉਹ ਕਹਿੰਦੇ ਕ੍ਰਿਸ਼ਨ ਦੇਵ ਨੂੰ ਗੋਲਕੁੰਡਾ ਦੇ ਸ਼ਾਸਕ ਕੁਲੀ ਕੁਤਬ ਸ਼ਾਹ ਵਿਰੁੱਧ ਵੀ ਸੈਨਾ ਭੇਜਣੀ ਪਈ ਸੀਗੀ ਅਤੇ ਉਸ ਕੁਤਬ ਸ਼ਾਹ ਦੀ ਸੈਨਾ ਨੂੰ ਵੀ ਬੁਰੇ ਤਰੀਕੇ ਨਾਲ ਕ੍ਰਿਸ਼ਨ ਦੇਵ ਰਾਏ ਦੀ ਸੈਨਾ ਨੇ ਹਰਾ ਦਿੱਤਾ ਸੀ। ਉਸ ਤੋਂ ਬਾਅਦ ਉਸ ਦੇ ਸੈਨਾਪਤੀ ਕੁਤਬ ਸ਼ਾਹ ਦੇ ਸੈਨਾਪਤੀ ਅਤੇ ਕੁਝ ਸੈਨਿਕ ਅਧਿਕਾਰੀਆਂ ਨੂੰ ਵੀ ਬੰਦੀ ਬਣਾ ਕੇ ਵਿਜੇਨਗਰ ਲਿਆਂਦਾ ਗਿਆ ਸੀਗਾ। ਤਾਂ ਇਸ ਤਰ੍ਹਾਂ ਕ੍ਰਿਸ਼ਨ ਦੇਵ ਰਾਏ ਦੀ ਇੱਕ ਹੋਰ ਮਹੱਤਵਪੂਰਨ ਜਿਹੜੀ ਜਿੱਤ ਸੀਗੀ ਉਹ ਸੀਗੀ ਬੀਜਾਪੁਰ ਦੇ ਨਵੇਂ ਸੁਲਤਾਨ ਇਸਮਾਈਲ ਆਦਿਲ ਸ਼ਾਹ ਨੂੰ ਹਰਾਉਣਾ। ਤਾਂ ਇਸ ਤਰ੍ਹਾਂ ਉਹ ਕਹਿੰਦੇ ਕਿ ਉਸਨੇ ਸਿਰਫ ਸੁਲਤਾਨਾਂ ਨੂੰ ਨਹੀਂ ਹਰਾਇਆ ਸੀਗਾ, ਸਗੋਂ ਬਾਅਦ ਦੇ ਵਿੱਚ ਬੀਜਾਪੁਰ ਸ਼ਹਿਰ ਅਤੇ ਗੁਲਬਰਗਾ ਦੇ ਕਿਲ੍ਹੇ ਦੇ ਉੱਪਰ ਵੀ ਆਪਣੀ ਇੱਕ ਮਹੱਤਵਪੂਰਨ ਜਿੱਤ ਜਿਹੜੀ ਹੈ ਉਹ ਦਾਇਰ ਕੀਤੀ ਸੀ। ਬਾਅਦ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕ੍ਰਿਸ਼ਨ ਦੇਵ ਰਾਏ ਨੇ ਪੁਰਤਗਾਲੀਆਂ ਦੇ ਨਾਲ ਵੀ ਮਿੱਤਰਤਾਪੂਰਨ ਸੰਬੰਧ ਬਣਾ ਲਏ ਸੀਗੇ। ਉਹਨਾਂ ਤੋਂ ਉਸ ਸਮੇਂ ਬਹੁਤ ਸਾਰੇ ਜਿਹੜੇ ਉਹ ਕਹਿੰਦੇ ਕਿ ਇਸ ਪੁਰਤਗਾਲੀਆਂ ਅਤੇ ਕ੍ਰਿਸ਼ਨ ਦੇਵ ਰਾਏ ਦੀ ਮਿੱਤਰਤਾ ਦੇ ਨਾਲ ਦੋਨਾਂ ਨੂੰ ਹੀ ਲਾਭ ਹੋਇਆ ਸੀਗਾ ਕਿ ਪੁਰਤਗਾਲੀਆਂ ਤੋਂ ਵਧੀਆ ਕਿਸਮ ਦੇ ਘੋੜੇ ਪਰਚੇਜ਼ ਕੀਤੇ ਕ੍ਰਿਸ਼ਨ ਦੇਵ ਰਾਏ ਨੇ, ਖਰੀਦੇ ਅਤੇ ਆਪਣੀ ਸੈਨਾ ਨੂੰ ਹੋਰ ਜ਼ਿਆਦਾ ਸ਼ਕਤੀਸ਼ਾਲੀ ਬਣਾਇਆ। ਉਸ ਦੇ ਨਾਲ ਹੀ ਪੁਰਤਗਾਲੀਆਂ ਨੂੰ ਕੀ ਫਾਇਦਾ ਹੋਇਆ ਕਿ ਕ੍ਰਿਸ਼ਨ ਦੇਵ ਰਾਏ ਦੇ ਰਾਜ ਵਿੱਚ ਵਿਜੇਨਗਰ ਦੇ ਵਿੱਚ ਉਹਨਾਂ ਨੂੰ ਵਪਾਰ ਕਰਨ ਦੀ ਜਿਹੜੀ ਆਗਿਆ ਮਿਲ ਗਈ ਸੀ, ਵਪਾਰਿਕ ਸਹੂਲਤਾਂ ਉਹਨਾਂ ਨੂੰ ਪ੍ਰਾਪਤ ਹੋਈਆਂ ਸਨ। ਇਹ ਤਾਂ ਸਨ ਉਸ ਦੀਆਂ ਜਿੱਤਾਂ ਦੇ ਬਾਰੇ ਕ੍ਰਿਸ਼ਨ ਦੇਵ ਰਾਏ ਦੀਆਂ। ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਕ੍ਰਿਸ਼ਨ ਦੇਵ ਰਾਏ ਦੇ ਸ਼ਾਸਨ ਪ੍ਰਬੰਧ ਬਾਰੇ, ਐਡਮਿਨਿਸਟ੍ਰੇਸ਼ਨ ਬਾਰੇ, ਕਿ ਕ੍ਰਿਸ਼ਨ ਦੇਵ ਰਾਏ ਇੱਕ ਆਪ ਨਿਰਗੁਣ ਸ਼ਾਸਕ ਸੀਗਾ। ਉਹ ਇੱਕ ਮਹਾਨ ਵਿਜੇਤਾ ਤਾਂ ਸੀ, ਇਸ ਦੇ ਨਾਲ ਉਸ ਦੇ ਵਿੱਚ ਸ਼ਾਸਨ ਪ੍ਰਬੰਧ ਨੂੰ ਚੰਗੇ ਤਰੀਕੇ ਨਾਲ ਚਲਾਉਣ ਦੇ ਸਾਰੇ ਗੁਣ ਮੌਜੂਦ ਸਨ। ਉਸ ਨੇ ਹਮੇਸ਼ਾ ਪ੍ਰਜਾ ਦੀ ਭਲਾਈ ਨੂੰ ਧਿਆਨ ਵਿੱਚ ਰੱਖ ਕੇ ਹਰ ਪਾਲਿਸੀ ਉਸਨੇ ਬਣਾਈ ਸੀਗੀ ਕਿ ਜਦੋਂ ਵੀ ਉਹ ਕੋਈ ਕਾਰਜ ਸ਼ੁਰੂ ਕਰਦਾ ਸੀ ਤਾਂ ਉਸ ਦੇ ਵਿੱਚ ਸਭ ਤੋਂ ਪਹਿਲਾਂ ਉਹ
ਪ੍ਰਜਾ ਦੀ ਭਲਾਈ ਦੇ ਬਾਰੇ ਦੇਖਦਾ ਸੀ ਕਿ ਕਿਸ ਤਰੀਕੇ ਨਾਲ ਪ੍ਰਜਾ ਦਾ ਧਿਆਨ ਰੱਖਿਆ ਜਾ ਸਕਦਾ ਹੈ। ਉਸਨੇ ਕੇਂਦਰੀ ਸਰਕਾਰ ਦੀ ਸ਼ਕਤੀ ਨੂੰ ਮਜ਼ਬੂਤ ਕੀਤਾ ਅਤੇ ਨਾਲ ਹੀ ਪ੍ਰਾਂਤਾਂ ਦੇ ਜਿਹੜੇ ਸੂਬੇਦਾਰ ਸੀਗੇ ਅਤੇ ਲੋਕਲ ਲੈਵਲ ਤੇ ਜਿਹੜੇ ਅਧਿਕਾਰੀ ਸੀ ਉਹਨਾਂ ਦੇ ਉੱਪਰ ਉਸਨੇ ਪੂਰੀ ਨਜ਼ਰ ਰੱਖੀ ਸੀਗੀ। ਉਹ ਖੁਦ ਹਰ ਸਾਲ ਸਾਮਰਾਜ ਦੇ ਵੱਖ-ਵੱਖ ਭਾਗਾਂ ਦਾ ਦੌਰਾ ਕਰਦਾ ਸੀ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਦਾ ਸੀ, ਉਹਨਾਂ ਦੀਆਂ ਬੇਨਤੀਆਂ ਨੂੰ ਸੁਣਦਾ ਸੀ ਔਰ ਉਹਨਾਂ ਨੂੰ ਪੂਰਾ ਕਰਨ ਦੇ ਵਿੱਚ ਉਹ ਪੂਰਾ ਸਹਿਯੋਗ ਦਿੰਦਾ ਸੀ। ਉਸ ਤੋਂ ਬਾਅਦ ਕਹਿੰਦੇ ਕਿ ਉਸਨੇ ਜੰਗਲਾਂ ਨੂੰ ਕਟਾ ਕੇ ਬਹੁਤ ਸਾਰੇ ਉਸਨੇ ਆਪਣੇ ਸਮੇਂ ਜੰਗਲ ਕਟਵਾਏ ਅਤੇ ਉਹਨਾਂ ਜੰਗਲਾਂ ਨੂੰ ਕਟਵਾ ਕੇ ਉਸ ਜ਼ਮੀਨ ਨੂੰ ਵਾਹੀਯੋਗ ਖੇਤੀਯੋਗ ਜ਼ਮੀਨ ਬਣਾਇਆ ਤਾਂ ਕਿ ਕਿਸਾਨਾਂ ਨੂੰ ਵੱਧ ਤੋਂ ਵੱਧ ਫਾਇਦਾ ਹੋ ਸਕੇ। ਸਿੰਚਾਈ ਦੀਆਂ ਸਹੂਲਤਾਂ ਲਈ ਉਸਨੇ ਤਲਾਅ ਅਤੇ ਨਹਿਰਾਂ ਖੁਦਵਾਈਆਂ। ਇਸ ਦੇ ਨਾਲ ਹੀ ਬਹੁਤ ਸਾਰੇ ਟੈਕਸ ਹਟਾ ਕੇ ਲੋਕਾਂ ਨੂੰ ਰਾਹਤ ਦਿੱਤੀ ਅਤੇ ਸੈਨਿਕ ਪ੍ਰਬੰਧ ਵੱਲ ਉਸਨੇ ਵਿਸ਼ੇਸ਼ ਧਿਆਨ ਦਿੱਤਾ ਕਿ ਇੱਕ ਸ਼ਕਤੀਸ਼ਾਲੀ ਸੈਨਾ ਦਾ ਉਸਨੇ ਸੰਗਠਨ ਕੀਤਾ ਸੀ। ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਕਲਾ ਅਤੇ ਸਾਹਿਤ ਦੇ ਬਾਰੇ, ਆਰਟ ਐਂਡ ਲਿਟਰੇਚਰ। ਕ੍ਰਿਸ਼ਨ ਦੇਵ ਰਾਏ ਕਲਾ ਅਤੇ ਸਾਹਿਤ ਦਾ ਮਹਾਨ ਸਰਪ੍ਰਸਤ ਸੀਗਾ ਕਿ ਉਸਨੇ ਆਪਣੇ ਸਮੇਂ ਬਹੁਤ ਹੀ ਮੰਦਰ ਔਰ ਇਮਾਰਤਾਂ ਜਿਹੜੀਆਂ ਉਹ ਬਣਵਾਈਆਂ ਸਨ। ਉਸਨੇ ਕਹਿੰਦੇ ਕਿ ਜਦੋਂ ਉਸਨੇ ਕ੍ਰਿਸ਼ਨ ਸਵਾਮੀ ਮੰਦਰ ਦਾ ਨਿਰਮਾਣ ਕਰਵਾਇਆ ਸੀਗਾ ਅਤੇ ਉਸ ਦੇ ਵਿੱਚ ਉਦੈਗਿਰੀ ਤੋਂ ਲਿਆਂਦੀ ਗਈ ਬਾਲ ਕ੍ਰਿਸ਼ਨ ਦੀ ਮੂਰਤੀ ਵੀ ਸਥਾਪਿਤ ਕੀਤੀ ਗਈ ਸੀ। ਇਸ ਮੰਦਰ ਦੇ ਨੇੜੇ ਦੱਖਣ ਪੱਛਮ ਵੱਲ ਦੀ ਚਟਾਨ ਦੇ ਇੱਕ ਬਹੁਤ ਵੱਡੇ ਟੁਕੜੇ ਤੋਂ ਨਰਸਿੰਘ ਦੀ ਇੱਕ ਬਹੁਤ ਵੱਡੀ ਮੂਰਤੀ ਬਣਾਈ ਗਈ ਸੀ, ਜਿਹੜੀ ਉਸ ਸਮੇਂ ਦੀ ਸੰਗਤ ਰਾਸ਼ੀ ਕਿ ਉਸ ਨੂੰ ਤਰਾਸ਼ਿਆ ਇੰਨੇ ਚੰਗੇ ਤਰੀਕੇ ਨਾਲ ਗਿਆ ਸੀ ਐਡੀ ਵੱਡੀ ਮੂਰਤੀ ਨੂੰ ਕਿ ਉਸ ਸਮੇਂ ਦਾ ਇੱਕ ਬਹੁਤ ਚੰਗਾ ਨਮੂਨਾ ਦੇਖਣ ਨੂੰ ਮਿਲਦਾ ਹੈ। ਉਸ ਤੋਂ ਬਾਅਦ ਬਹੁਤ ਸੁੰਦਰ ਇਮਾਰਤਾਂ ਅਤੇ ਮੰਦਰ ਬਣਵਾਏ ਸੀਗੇ। ਵਿਦਵਾਨ ਜਦੋਂ ਸਾਹਿਤ ਦੀ ਗੱਲ ਕਰਦੇ ਆ ਤਾਂ ਕ੍ਰਿਸ਼ਨ ਦੇਵ ਰਾਏ ਆਪ ਵੀ ਇੱਕ ਬਹੁਤ ਚੰਗਾ ਕਵੀ ਸੀਗਾ ਕਿ ਉਸਨੇ ਤੇਲਗੂ ਸਾਹਿਤ ਦੇ ਵਿਕਾਸ ਲਈ ਬਹੁਤ ਹੀ ਮਹੱਤਵਪੂਰਨ ਯੋਗਦਾਨ ਪਾਇਆ ਸੀਗਾ ਤੇ ਉਸ ਦੇ ਦਰਬਾਰ ਦੇ ਵਿੱਚ 8 ਪ੍ਰਸਿੱਧ ਕਵੀ ਵੀ ਸਨ। ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਮੁਲਾਂਕਣ ਕਿ ਓਵਰਆਲ ਜਦੋਂ ਅਸੀਂ ਐਸਟੀਮੇਟ ਕਰਦੇ ਹਾਂ ਕਿ ਪੂਰਾ ਕ੍ਰਿਸ਼ਨ ਦੇਵ ਰਾਏ ਦੇ ਬਾਰੇ ਕਿ ਉਹ ਇੱਕ ਉਸ ਸਮੇਂ ਦੇ ਇੱਕ ਸਮਕਾਲੀ ਵਿਦੇਸ਼ੀ ਯਾਤਰੀ ਸੀ ਜਿਸ ਦਾ ਨਾਮ ਪੀ ਸੀ। ਉਸਨੇ ਇਹ ਕਿਹਾ ਕਿ ਕ੍ਰਿਸ਼ਨ ਦੇਵ ਰਾਏ ਇੱਕ ਦਰਮਿਆਨੇ ਕੱਦ ਦਾ ਇੱਕ ਵਿਅਕਤੀ ਸੀਗਾ ਜਿਸ ਦਾ ਰੰਗ ਗੋਰਾ ਸੀ ਔਰ ਉਸ ਦਾ ਸਰੀਰ ਗੱਠਿਆ ਹੋਇਆ ਸੀ, ਪਰ ਉਸ ਦੇ ਮੂੰਹ ਦੇ ਉੱਪਰ ਚੇਚਕ ਦੇ ਦਾਗ ਸਨ। ਲੇਕਿਨ ਉਹ ਕਿ ਇੰਨਾ ਇੰਪ੍ਰੈਸਿਵ ਸੀ, ਇੰਨਾ ਪ੍ਰਭਾਵਸ਼ਾਲੀ ਸੀ, ਉਸ ਦੀ ਦੇਖ ਕੇ ਲੋਕ ਉਸ ਤੋਂ ਬਹੁਤ ਜ਼ਿਆਦਾ ਡਰਦੇ ਸਨ, ਲੇਕਿਨ ਇਸ ਦੇ ਨਾਲ ਨਾਲ ਉਸ ਦਾ ਬਹੁਤ ਸਤਿਕਾਰ ਵੀ ਕਰਦੇ ਸਨ। ਕਿ ਕ੍ਰਿਸ਼ਨ ਦੇਵ ਰਾਏ ਨੇ ਆਪਣੇ ਸਮੇਂ ਵਿੱਚ ਜਦੋਂ ਤੱਕ ਉਸ ਦਾ ਰਾਜ ਰਿਹਾ ਉਸਨੇ ਵਿਜੇਨਗਰ ਸਾਮਰਾਜ ਨੂੰ ਬਹੁਤ ਬੁਲੰਦੀਆਂ 'ਤੇ ਪਹੁੰਚਾ ਦਿੱਤਾ ਸੀ। ਕਹਿੰਦੇ ਕਿ ਜਦੋਂ ਕ੍ਰਿਸ਼ਨ ਦੇਵ ਰਾਏ ਦੀ ਮੌਤ ਹੋਈ ਤਾਂ ਉਸ ਦੇ ਨਾਲ ਹੀ ਉਸ ਵਿਜੇਨਗਰ ਸਾਮਰਾਜ ਦਾ ਪਤਨ ਹੋਣਾ ਸ਼ੁਰੂ ਹੋ ਗਿਆ ਸੀ। ਉਸ ਤੋਂ ਬਾਅਦ ਨੈਕਸਟ ਹੈ ਸਾਡੇ ਕੋਲ ਕ੍ਰਿਸ਼ਨ ਦੇਵ ਰਾਏ ਦੇ ਉੱਤਰਾਧਿਕਾਰੀ ਅਤੇ ਤਾਲੀਕੋਟ ਦੀ ਲੜਾਈ ਕਿ ਸਕਸੈਸਰਸ ਆਫ ਕ੍ਰਿਸ਼ਨ ਦੇਵਾ ਰਾਏ ਐਂਡ ਬੈਟਲ ਆਫ ਤਾਲੀਕੋਟ। ਕਹਿੰਦੇ ਕ੍ਰਿਸ਼ਨ ਦੇਵ ਰਾਏ ਦੇ ਉੱਤਰਾਧਿਕਾਰੀ ਜੇ ਅਸੀਂ ਗੱਲ ਕਰਦੇ ਹਾਂ ਤਾਂ ਅਚਯੁਤ ਰਾਏ, ਵੈਂਕਟ ਪਹਿਲਾ ਅਤੇ ਸਦਾ ਸ਼ਿਵ ਰਾਏ ਇਸ ਦੇ ਉੱਤਰਾਧਿਕਾਰੀ ਸਨ, ਜਿਹੜੇ ਕਿ ਕ੍ਰਿਸ਼ਨ ਦੇਵ ਰਾਏ ਜਿੰਨੇ ਯੋਗ ਅਤੇ ਕਾਬਲ ਨਹੀਂ ਸਨ। ਇਸ ਕਰਕੇ ਜਿਵੇਂ ਕਿ ਆਪਾਂ ਪਹਿਲਾਂ ਜ਼ਿਕਰ ਕਰ ਚੁੱਕੇ ਹਾਂ ਕਿ ਕ੍ਰਿਸ਼ਨ ਦੇਵ ਰਾਏ ਦੀ ਮੌਤ ਤੋਂ ਬਾਅਦ ਵਿਜੇਨਗਰ ਸਾਮਰਾਜ ਜਿਹੜਾ ਉਹ ਪਤਨ ਦੀਆਂ ਰਾਹਾਂ 'ਤੇ ਚੱਲਣਾ ਸ਼ੁਰੂ ਹੋ ਗਿਆ ਸੀ, ਕਿਉਂਕਿ ਉਸ ਦੇ ਜਿਹੜੇ ਉੱਤਰਾਧਿਕਾਰੀ ਸਨ ਉਹ ਜ਼ਿਆਦਾ ਯੋਗ ਅਤੇ ਕਾਬਲ ਨਹੀਂ ਸਨ। ਉਸ ਤੋਂ ਬਾਅਦ ਉਹ ਕਹਿੰਦੇ ਕਿ ਜ਼ਿਆਦਾਤਰ ਇਹਨਾਂ ਦੇ ਪ੍ਰਧਾਨ ਮੰਤਰੀ ਰਾਮ ਰਾਏ ਰਾਹੀਂ ਕੀਤੀਆਂ ਜਾਣ ਲੱਗ ਪਈਆਂ ਸ਼ਕਤੀਆਂ ਦੀ ਵਰਤੋਂ ਕੀਤੀ ਜਾਣ ਲੱਗ ਪਈ। ਰਾਮ ਰਾਏ ਨੇ ਵਿਜੇਨਗਰ ਦੀ ਪੁਰਾਣੀ ਸ਼ਾਨ ਨੂੰ ਬਰਕਰਾਰ ਕਰਨ ਦੇ ਲਈ ਆਪਣੇ ਵੱਲੋਂ ਬਹੁਤ ਯਤਨ ਕੀਤੇ ਔਰ ਇਸ ਦੇ ਵਿੱਚ ਉਹ ਬਹੁਤ ਹੱਦ ਤੱਕ ਸਫਲ ਵੀ ਰਿਹਾ, ਕਿਉਂਕਿ ਉਸ ਸਮੇਂ ਦੇ ਜਿਹੜੇ ਆਸ-ਪਾਸ ਮੁਸਲਿਮ ਸ਼ਾਸਕ ਸੀ ਉਹਨਾਂ 'ਚ ਆਪਸ 'ਚ ਬਣਦੀ ਨਹੀਂ ਸੀ। ਆਪਸੀ ਫੁੱਟ ਦਾ ਜਿਹੜਾ ਲਾਭ ਹੈ ਉਹ ਰਾਮ ਰਾਏ ਨੇ ਆਪਣਾ ਉਠਾਇਆ, ਲੇਕਿਨ ਉਹ ਕਹਿੰਦੇ ਕਿ ਬਾਅਦ ਦੇ ਵਿੱਚ ਰਾਮ ਰਾਏ ਦੇ ਹਮਲਿਆਂ ਤੋਂ ਤੰਗ ਆ ਕੇ ਅਹਿਮਦ ਸ਼ਾਹ, ਬੀਜਾਪੁਰ, ਗੋਲਕੁੰਡਾ ਅਤੇ ਬਿਦਰ ਦੇ 4 ਰਾਜਾਂ ਨੇ ਆਪਣੀਆਂ ਪੁਰਾਣੀਆਂ ਰੰਜਿਸ਼ਾਂ ਨੂੰ ਭੁਲਾ ਕੇ ਉਹਨਾਂ ਨੇ ਏਕਾ ਕਰ ਲਿਆ ਅਤੇ 4 ਰਾਜਾਂ ਨੇ ਇਕੱਠੇ ਹੋ ਕੇ ਰਾਮ ਰਾਏ ਦੇ ਉੱਪਰ ਹਮਲਾ ਕਰ ਦਿੱਤਾ, ਵਿਜੇਨਗਰ 'ਤੇ ਹਮਲਾ ਕਰ ਦਿੱਤਾ ਸੀ ਅਤੇ 23 ਜਨਵਰੀ 1565 ਈਸਵੀ ਨੂੰ ਤਾਲੀਕੋਟ ਦੇ ਸਥਾਨ 'ਤੇ ਇੱਕ ਭਿਅੰਕਰ ਯੁੱਧ ਹੋਇਆ ਜਿਸ ਦੇ ਵਿੱਚ ਰਾਮ ਰਾਏ ਦੀ ਹਾਰ ਹੋਈ ਅਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਮੁਸਲਿਮ ਸੈਨਿਕਾਂ ਨੇ ਵਿਜੇਨਗਰ ਦੇ ਅੰਦਰ ਦਾਖਲ ਹੋ ਕੇ ਬਹੁਤ ਲੁੱਟਮਾਰ ਮਚਾਈ ਅਤੇ ਇੱਕ ਸੁੰਦਰ ਸ਼ਹਿਰ ਨੂੰ ਕੁਝ ਦਿਨਾਂ ਦੇ ਵਿੱਚ ਹੀ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਗਿਆ।
ਤੇ ਇਸ ਦੇ ਨਾਲ ਹੀ ਕਹਿੰਦੇ ਕਿ ਵਿਜੇਨਗਰ ਸਾਮਰਾਜ ਜਿਹੜਾ ਹੈ ਉਹ ਇੱਕ ਤਰ੍ਹਾਂ ਨਾਲ ਖੇਰੂ ਹੋ ਗਿਆ ਸੀ। ਉਸ ਤੋਂ ਬਾਅਦ ਨੈਕਸਟ ਹੈ ਸਾਡੇ ਕੋਲ ਅਰਵਿੰਦੂ ਵੰਸ਼। ਜਦੋਂ ਅਸੀਂ ਅਰਵਿੰਦੂ ਵੰਸ਼ ਦੀ ਗੱਲ ਕਰਦੇ ਹਾਂ ਤਾਂ ਇੱਥੇ ਆ ਕੇ ਕਿਉਂਕਿ ਜਦੋਂ ਤਾਲੀਕੋਟ ਦੀ ਲੜਾਈ ਹੋਈ ਤਾਂ ਉਸ ਲੜਾਈ ਦੇ ਵਿੱਚ ਹੀ ਵਿਜੇਨਗਰ ਰਾਮਰਾਜ ਦੀ ਹਾਰ ਹੋ ਗਈ ਅਤੇ ਵਿਜੇਨਗਰ ਸਾਮਰਾਜ ਜਿਹੜਾ ਉਹ ਖੇਰੂ ਹੋ ਗਿਆ। ਲੇਕਿਨ ਅਰਵਿੰਦੂ ਵੰਸ਼ ਦੀ ਜੇ ਅਸੀਂ ਗੱਲ ਕਰਦੇ ਹਾਂ ਤਾਂ ਤਿਰੂਮਲ ਅਤੇ ਉਸ ਦੇ ਉੱਤਰਾਧਿਕਾਰੀਆਂ ਨੇ ਵਿਜੇਨਗਰ ਸਾਮਰਾਜ ਨੂੰ ਪੂਰੀ ਤਰ੍ਹਾਂ ਖਤਮ ਹੋਣ ਨਹੀਂ ਦਿੱਤਾ ਸੀਗਾ। ਉਹ 1570 ਦੇ ਲਗਭਗ ਰਾਮ ਰਾਏ ਦਾ ਭਰਾ ਸੀ ਤਿਰੂਮਲ, ਉਸਨੇ ਵਿਜੇਨਗਰ ਦੇ ਵਿੱਚ ਆਪਣੀ ਸੱਤਾ ਕਾਇਮ ਕਰ ਲਈ ਸੀਗੀ ਅਤੇ ਇੱਕ ਨਵੇਂ ਵੰਸ਼ ਦੀ ਨਵੇਂ ਵੰਸ਼ ਦੀ ਜਿਹੜੀ ਉਹ ਨੀਂਹ ਰੱਖੀ ਜਿਸ ਦਾ ਨਾਮ ਅਰਵਿੰਦੂ ਵੰਸ਼ ਸੀਗਾ ਅਤੇ ਉਸ ਦਾ ਰਾਜ ਜਿਹੜਾ ਉਹ 672 ਦੇ ਤੱਕ ਚੱਲਦਾ ਰਿਹਾ ਸੀਗਾ। ਉਸ ਤੋਂ ਬਾਅਦ ਤਿਰੂਮਲ ਤੋਂ ਬਾਅਦ ਸ਼੍ਰੀ ਰੰਗਾ ਵੈਂਕਟ ਦੂਜਾ, ਰਾਮਦੇਵ ਰਾਏ ਵੈਂਕਟ ਤੀਜਾ, ਇਸ ਤਰ੍ਹਾਂ ਕੁਝ ਐਸੇ ਰਾਜੇ ਸੀ ਜਿਨ੍ਹਾਂ ਜਿਹੜੇ ਇਸ ਵੰਸ਼ ਦੇ ਰਾਜੇ ਹੋਏ। ਲੇਕਿਨ ਜਿਹੜਾ ਇਹ ਸਮਾਂ ਸੀ, ਇਹ ਕਾਲ ਸੀ, ਇਹ ਵਿਜੇਨਗਰ ਸਾਮਰਾਜ ਦੇ ਪਤਨ ਦਾ ਕਾਲ ਸੀਗਾ ਕਿਉਂਕਿ ਜਿਵੇਂ ਮਧੁਰਾ, ਤੰਜੋਰ, ਜਿੰਜੀ, ਇਹ ਹੌਲੀ ਸਾਰੇ ਪ੍ਰਦੇਸ਼ ਜਿਹੜੇ ਉਹ ਸੁਤੰਤਰ ਹੁੰਦੇ ਚਲੇ ਗਏ ਅਤੇ ਬੀਜਾਪੁਰ ਤੋਂ ਗੋਲਕੁੰਡਾ ਦੇ ਸੁਲਤਾਨਾਂ ਨੇ ਵਿਜੇਨਗਰ ਦੇ ਵਧੇਰੇ ਇਲਾਕਿਆਂ 'ਤੇ ਕਬਜ਼ਾ ਕਰ ਲਿਆ ਸੀ। ਤਾਂ ਇਸ ਤਰ੍ਹਾਂ ਨਾਲ ਹੌਲੀ ਇਹ ਰਾਜਵੰਸ਼ ਜਿਹੜੇ ਉਹ ਖਤਮ ਹੁੰਦੇ ਚਲੇ ਗਏ ਅਤੇ ਵਿਜੇਨਗਰ ਸਾਮਰਾਜ ਦਾ ਪਤਨ ਹੋ ਗਿਆ ਸੀ। ਜਦੋਂ ਹੀ ਵਿਜੇਨਗਰ ਸਾਮਰਾਜ ਦਾ ਪਤਨ ਹੋ ਗਿਆ, ਲੇਕਿਨ ਹੁਣ ਅਸੀਂ ਇੱਥੇ ਗੱਲ ਕਰਾਂਗੇ ਕਿ ਵਿਜੇਨਗਰ ਸਾਮਰਾਜ ਦਾ ਪਤਨ ਕਿਉਂ ਹੋਇਆ ਸੀ, ਕੀ ਕਾਰਨ ਸਨ ਵਿਜੇਨਗਰ ਸਾਮਰਾਜ ਦੇ ਪਤਨ ਦੇ, ਕਿ ਕਾਜ਼ਜ਼ ਆਫ ਡਿਕਲਾਈਨ ਆਫ ਵਿਜੇਨਗਰ ਅੰਪਾਇਰ। ਸਭ ਤੋਂ ਪਹਿਲਾਂ ਹੈ ਸਾਡੇ ਕੋਲ ਨਿਰੰਕੁਸ਼ ਸ਼ਾਸਨ, ਡਿਸਪੋਟਿਕ ਰੂਲ। ਨਿਰੰਕੁਸ਼ ਸ਼ਾਸਨ ਤੋਂ ਭਾਵ ਹੈ ਕਿ ਵਿਜੇਨਗਰ ਸਾਮਰਾਜ ਦੇ ਜਿੰਨੇ ਵੀ ਰਾਜੇ ਸਨ ਉਹ ਨਿਰੰਕੁਸ਼ ਸਨ, ਭਾਵ ਕਿ ਜਿਨ੍ਹਾਂ ਦੀਆਂ ਸ਼ਕਤੀਆਂ ਅਤੇ ਅਧਿਕਾਰ ਅਸੀਮਿਤ ਸਨ, ਉਹ ਕੋਈ ਸੀਮਤ ਨਹੀਂ ਸਨ। ਔਰ ਨਿਰੰਕੁਸ਼ ਸ਼ਾਸਨ ਜਿਹੜਾ ਉਹ ਸਥਾਈ ਤੌਰ 'ਤੇ ਨਹੀਂ ਚੱਲ ਸਕਦਾ ਕਿਉਂਕਿ ਅਗਰ ਰਾਜਾ ਸ਼ਕਤੀਸ਼ਾਲੀ ਹੈ ਤਾਂ ਉਹ ਨਿਰੰਕੁਸ਼ ਸ਼ਾਸਕ ਦੇ ਵਜੋਂ ਆਪਣੇ ਕੰਮ ਨੂੰ ਸਹੀ ਤਰੀਕੇ ਨਾਲ ਚਲਾ ਸਕਦਾ। ਜਦੋਂ ਰਾਜਾ ਸ਼ਕਤੀਸ਼ਾਲੀ ਨਹੀਂ ਹੋਇਆ ਤਾਂ ਹੌਲੀ ਉਸ ਸਾਮਰਾਜ ਦਾ ਪਤਨ ਹੋਣਾ ਸ਼ੁਰੂ ਹੋ ਗਿਆ ਸੀ। ਉਸ ਤੋਂ ਬਾਅਦ ਨੈਕਸਟ ਹੈ ਸਾਡੇ ਕੋਲ ਰਾਜ ਗੱਦੀ ਲਈ ਲੜਾਈ ਝਗੜੇ, ਕਨਫਲਿਕਟਸ ਫਾਰ ਸਕਸੈਸ਼ਨ। ਕਹਿੰਦੇ ਕਿ ਰਾਜ ਗੱਦੀ ਦੇ ਲਈ ਹਮੇਸ਼ਾ ਹੀ ਲੜਾਈ ਝਗੜੇ ਹੁੰਦੇ ਰਹੇ ਕਿ ਕਈ ਕਤਲ ਵੀ ਹੋਏ ਵਿਜੇਨਗਰ ਰਾਜ ਦੀ ਰਾਜ ਗੱਦੀ ਦੇ ਲਈ। ਕਹਿੰਦੇ ਕਿ ਜਿਨ੍ਹਾਂ ਨੇ ਵਿਜੇਨਗਰ ਸਾਮਰਾਜ ਦੀਆਂ ਨੀਹਾਂ ਨੂੰ ਹੌਲੀ ਕਮਜ਼ੋਰ ਕਰਨਾ ਸ਼ੁਰੂ ਕਰ ਦਿੱਤਾ ਸੀਗਾ। ਮਿਸਾਲ ਵਜੋਂ ਅਸੀਂ ਉਦਾਹਰਨ ਦੇ ਤੌਰ 'ਤੇ ਨਾਰਸਿੰਘ ਨਾਮੀ ਸਰਦਾਰ ਨੇ ਸੰਗਮ ਵੰਸ਼ ਦੇ ਆਖਰੀ ਸ਼ਾਸਕ ਵੀਰੂਪਕਸ਼ ਨੂੰ ਗੱਦੀ ਤੋਂ ਉਤਾਰ ਦਿੱਤਾ ਸੀ ਅਤੇ ਸੁਲਭ ਵੰਸ਼ ਦੀ ਨੀਂਹ ਰੱਖੀ ਸੀ। ਇਸ ਦੇ ਨਾਲ ਹੀ ਉਹ ਕਹਿੰਦੇ ਕਿ ਜਿਸ ਤਰ੍ਹਾਂ ਵੀਰ ਨਾਰਸਿੰਘ ਨੇ ਸੁਲਭ ਵੰਸ਼ ਦੇ ਨੌਜਵਾਨ ਹਾਕਮ ਦੀ ਹੱਤਿਆ ਕਰਵਾ ਦਿੱਤੀ ਸੀ ਅਤੇ ਤੁਲਮ ਵੰਸ਼ ਦੀ ਨੀਂਹ ਰੱਖ ਦਿੱਤੀ ਸੀ, ਤਾਂ ਸਮੇਂ 'ਤੇ ਰਾਜ ਗੱਦੀ ਲਈ ਲੜਾਈ ਝਗੜੇ ਜਿਹੜੇ ਹੁੰਦੇ ਰਹੇ, ਉਸ ਦੇ ਨਾਲ ਵਿਜੇਨਗਰ ਸਾਮਰਾਜ ਹੌਲੀ ਪਤਨ ਦੀਆਂ ਲੀਹਾਂ 'ਤੇ ਚੱਲਦਾ ਗਿਆ ਅਤੇ ਉਸ ਦਾ ਪਤਨ ਹੋ ਗਿਆ ਸੀ। ਇਹ ਵੀ ਇੱਕ ਕਾਰਨ ਸੀਗਾ ਕਿ ਰਾਜ ਗੱਦੀ ਲਈ ਲੜਾਈ ਝਗੜੇ। ਉਸ ਤੋਂ ਬਾਅਦ ਥਰਡ ਪੁਆਇੰਟ ਹੈ ਸਾਡੇ ਕੋਲ ਕੇਂਦਰੀ ਸਰਕਾਰ ਦੀ ਦੁਰਬਲਤਾ, ਵੀਕ ਸੈਂਟਰਲ ਗਵਰਨਮੈਂਟ। ਕੇਂਦਰੀ ਸਰਕਾਰ, ਉਹ ਕਹਿੰਦੇ ਵਿਜੇਨਗਰ ਸਾਮਰਾਜ ਬਹੁਤ ਵਿਸ਼ਾਲ ਸੀ ਅਤੇ ਕੇਂਦਰੀ ਸਰਕਾਰ ਜਿਹੜੀ ਆ ਉਹ ਸ਼ਕਤੀਸ਼ਾਲੀ ਨਹੀਂ ਸੀ। ਕੇਂਦਰੀ ਸਰਕਾਰ ਦੀ ਦੁਰਬਲਤਾ ਤੋਂ ਭਾਵ ਕਿ ਪ੍ਰਾਂਤ ਵਿਜੇਨਗਰ ਸਾਮਰਾਜ ਬਹੁਤ ਵੱਡਾ ਹੋਣ ਦੇ ਕਾਰਨ ਪ੍ਰਾਂਤਾਂ ਦੇ ਕੋਲ ਬਹੁਤ ਜ਼ਿਆਦਾ ਸ਼ਕਤੀਆਂ ਸਨ ਔਰ ਉਹਨਾਂ ਸ਼ਕਤੀਆਂ ਦੀ ਅਸੀਮਿਤ ਵਰਤੋਂ ਵੀ ਕਰਦੇ ਸਨ ਉੱਥੋਂ ਦੇ ਜਿਹੜੇ ਪ੍ਰਾਂਤਾਂ ਦੇ ਮੁਖੀ ਸੀਗੇ। ਔਰ ਕੇਂਦਰ ਦੇ ਵਿੱਚ ਸ਼ਕਤੀ ਦੀ ਕਮੀ ਹੋਣ ਦੇ ਕਾਰਨ ਉਸ ਸਮੇਂ ਕੀ ਹੋਇਆ ਕਿ ਪੂਰੀ ਤਰ੍ਹਾਂ ਨਾਲ ਨਜ਼ਰ ਨਹੀਂ ਰੱਖੀ ਜਾ ਸਕਦੀ ਸੀਗੀ, ਜਿਸ ਕਰਕੇ ਕੇਂਦਰ ਸਰਕਾਰ ਦੀ ਕਮਜ਼ੋਰੀ ਦੇ ਕਾਰਨ, ਵੀਕ ਸੈਂਟਰਲ ਐਡਮਿਨਿਸਟ੍ਰੇਸ਼ਨ ਹੋਣ ਦੇ ਕਾਰਨ, ਗਵਰਨਮੈਂਟ ਕਮਜ਼ੋਰ ਹੋਣ ਦੇ ਕਾਰਨ ਵਿਜੇਨਗਰ ਸਾਮਰਾਜ ਦਾ ਪਤਨ ਹੋ ਗਿਆ ਸੀ। ਉਸ ਤੋਂ ਬਾਅਦ ਨੈਕਸਟ ਹੈ ਸਾਡੇ ਕੋਲ ਗੁਆਂਢੀ ਰਾਜਾਂ ਨਾਲ ਯੁੱਧ, ਵਾਰਫੇਅਰ ਵਿਦ ਨੇਬਰਿੰਗ ਸਟੇਟਸ। ਗੁਆਂਢੀ ਰਾਜਾਂ ਨਾਲ ਯੁੱਧ ਕਿ ਗੁਆਂਢੀ ਰਾਜਾਂ ਦੇ ਯੁੱਧ ਦੇ ਨਾਲ ਭਾਵ ਜਿਵੇਂ ਕਿ ਸਾਰੇ ਹਾਕਮ ਬਾਹਮਣੀ, ਬਾਅਦ ਵਿੱਚ ਬਾਹਮਣੀ ਸਾਮਰਾਜ, ਜਿਵੇਂ ਕਿ ਆਪਾਂ ਸਟਾਰਟਿੰਗ 'ਤੇ ਗੱਲ ਕੀਤੀ ਸੀ ਕਿ ਦੋ ਸਾਮਰਾਜ, ਬਾਹਮਣੀ ਸਾਮਰਾਜ ਅਤੇ ਵਿਜੇਨਗਰ ਸਾਮਰਾਜ, ਜਿਹੜੇ ਕਿ ਉਸ ਸਮੇਂ ਦੱਖਣ ਦੇ ਵਿੱਚ ਹੋਏ ਸੀਗੇ। ਔਰ ਬਾਹਮਣੀ ਸਾਮਰਾਜ ਵਾਲਿਆਂ ਨੇ ਵਿਜੇਨਗਰ ਦੇ ਉੱਪਰ ਅਕਸਰ ਉਹ ਹਮਲੇ ਕਰਦੇ ਰਹੇ ਸੀਗੇ। ਬਾਅਦ ਵਿੱਚ ਅਹਿਮਦਨਗਰ, ਬੀਜਾਪੁਰ ਅਤੇ ਗੋਲਕੁੰਡਾ
ਉੜੀਸਾ ਆਦਿ ਗੁਆਂਢੀ ਰਾਜਾਂ ਦੇ ਨਾਲ ਲੰਬੇ ਸਮੇਂ ਤੱਕ ਉਹ ਯੁੱਧ ਕਰਦੇ ਰਹੇ, ਜਿਸ ਕਰਕੇ ਉਹਨਾਂ ਦੇ ਜਾਨੀ ਅਤੇ ਮਾਲੀ ਦੋਨਾਂ ਦਾ ਬਹੁਤ ਨੁਕਸਾਨ ਹੋਇਆ ਸੀਗਾ, ਜਿਸ ਕਰਕੇ ਸੀ ਸੈਨਾ ਦੀ ਕਮਜ਼ੋਰੀ ਦੇ ਬਾਰੇ ਕਿ ਵੀਕਨੈਸ ਆਫ ਆਰਮੀ, ਕਿ ਵਿਜੇਨਗਰ ਸਾਮਰਾਜ ਦੀ ਦਾ ਪਤਨ ਦੀ ਗੱਲ ਕਰਦੇ ਹਾਂ ਤਾਂ ਉਸ ਦੇ ਵਿੱਚ ਇਹ ਵੀ ਇੱਕ ਮੇਨ ਕਾਜ਼ ਸੀਗਾ, ਮੇਨ ਕਾਰਨ ਸੀਗਾ ਸੈਨਾ ਦੀ ਕਮਜ਼ੋਰੀ ਦਾ, ਕਿਉਂਕਿ ਕ੍ਰਿਸ਼ਨ ਦੇਵ ਰਾਏ ਵੱਲੋਂ ਭਾਵੇਂ ਬਹੁਤ ਜ਼ਿਆਦਾ ਸੁਧਾਰ ਕੀਤੇ ਗਏ ਸਨ, ਪਰ ਫਿਰ ਵੀ ਸੈਨਾ ਦਾ ਜਿਹੜਾ ਸੰਗਠਨ ਸੀ ਉਹ ਕੁਸ਼ਲ ਨਹੀਂ ਸੀ। ਕਹਿੰਦੇ ਕਿ ਜ਼ਿਆਦਾਤਰ ਸੈਨਿਕ ਜਿਹੜੇ ਸੀ ਉਹ ਸਮੰਤਾਂ ਰਾਹੀਂ ਤਿਆਰ ਕੀਤੇ ਜਾਂਦੇ ਸੀਗੇ, ਔਰ ਸਾਰੇ ਇਲਾਕੇ ਦੇ ਵਿੱਚ ਵੱਖ-ਵੱਖ ਸਮੰਤ ਹੁੰਦੇ ਸੀਗੇ ਜਿਹੜੀ ਆਪਣੀ ਸੈਨਾ ਤਿਆਰ ਕਰਦੇ ਸੀ ਅਤੇ ਲੋੜ ਪੈਣ 'ਤੇ ਸਾਰੀਆਂ ਸਮੰਤਾਂ ਦੀਆਂ ਸੈਨਾਵਾਂ ਜਿਹੜੀਆਂ ਉਹ ਇਕੱਠੀਆਂ ਹੋ ਕੇ ਹਮਲਾ ਕਰਦੀਆਂ ਸੀਗੀਆਂ। ਇਸ ਕਰਕੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਕੋਆਰਡੀਨੇਸ਼ਨ ਦੀ, ਤਾਲਮੇਲ ਦੀ ਕਮੀ ਰਹਿੰਦੀ ਸੀਗੀ, ਔਰ ਉਸ ਕਮਜ਼ੋਰੀ ਦੇ ਕਾਰਨ ਵੀ ਵਿਜੇਨਗਰ ਸਾਮਰਾਜ ਦਾ ਪਤਨ ਹੋ ਗਿਆ ਸੀ। ਉਸ ਤੋਂ ਬਾਅਦ ਨੈਕਸਟ ਹੈ ਕ੍ਰਿਸ਼ਨ ਦੇਵ ਰਾਏ ਦੇ ਯੋਗ ਉੱਤਰਾਧਿਕਾਰੀ, ਕਿ ਵੀਕ ਸਕਸੈਸਰਸ ਆਫ ਕ੍ਰਿਸ਼ਨ ਦੇਵ ਰਾਏ, ਕਿ ਕ੍ਰਿਸ਼ਨ ਦੇਵ ਰਾਏ ਦੇ ਅਯੋਗ ਉੱਤਰਾਧਿਕਾਰੀਆਂ ਦੇ ਕਾਰਨ ਭਾਵ ਜਿਵੇਂ ਅਚਯੁਤ ਰਾਏ, ਵੈਂਕਟ ਪਹਿਲਾ, ਸਦਾ ਸ਼ਿਵ ਰਾਏ, ਤਿਰੂਮਲ ਅਤੇ ਉਸ ਤੋਂ ਬਾਅਦ ਦੇ ਹਾਕਮ ਜਿਹੜੇ ਉਹ ਨਿਰਬਲ ਅਤੇ ਅਯੋਗ ਸੀ, ਕਿਉਂਕਿ ਕ੍ਰਿਸ਼ਨ ਦੇਵ ਬਹੁਤ ਇੱਕ ਸਕਸੈਸਫੁਲ ਰੂਲਰ ਰਿਹਾ ਹੈ, ਔਰ ਉਸ ਦੇ ਜਿੰਨੇ ਵੀ ਬਾਅਦ ਦੇ ਵਿੱਚ ਉਸਦੇ ਸਕਸੈਸਰਸ ਆਏ, ਉਸਦੇ ਉੱਤਰਾਧਿਕਾਰੀ ਆਏ, ਉਹ ਇੰਨੇ ਵੱਡੇ ਸਾਮਰਾਜ ਨੂੰ ਸੰਭਾਲ ਨਹੀਂ ਸਕੇ, ਔਰ ਜਿਹੜੀਆਂ ਵੀ ਉਸ ਸਮੇਂ ਬਗਾਵਤਾਂ ਹੋਈਆਂ ਉਹਨਾਂ ਨੂੰ ਪੂਰੀ ਤਰ੍ਹਾਂ ਉਹ ਕੁਚਲ ਨਹੀਂ ਪਾਏ। ਇਹ ਵੀ ਇੱਕ ਮੇਨ ਰੀਜ਼ਨ ਸੀਗਾ ਕਿ ਸਾਮਰਾਜ ਨੂੰ ਜਿਹੜਾ ਉਹ ਪਤਨ ਹੋਣ ਦਾ। ਉਸ ਤੋਂ ਬਾਅਦ ਨੈਕਸਟ ਹੈ ਕਿ ਹਿੰਦੂਆਂ ਵਿੱਚ ਏਕਤਾ ਅਤੇ ਧਾਰਮਿਕ ਉਤਸ਼ਾਹ ਦੀ ਘਾਟ, ਕਿ ਲੈਕ ਆਫ ਯੂਨਿਟੀ ਐਂਡ ਰਿਲੀਜੀਅਸ ਜ਼ੀਲ ਅਮੰਗ ਦਾ ਹਿੰਦੂਜ਼। ਕਹਿੰਦੇ ਕਿ ਉਸ ਸਮੇਂ ਹਿੰਦੂਆਂ ਦੇ ਵਿੱਚ ਏਕਤਾ ਦੀ ਕਮੀ ਸੀਗੀ, ਕਿ ਜਾਤੀ ਪ੍ਰਥਾ ਦੇ ਕਾਰਨ ਵਿਜੇਨਗਰ ਸਾਮਰਾਜ ਦੇ ਹਿੰਦੂਆਂ ਦੇ ਵਿੱਚ ਏਕਤਾ ਦੀ ਕਮੀ ਜਿਹੜੀ ਉਹਦੀ ਘਾਟ ਹਮੇਸ਼ਾ ਦੇਖਣ ਨੂੰ ਮਿਲੀ ਸੀ। ਇਸ ਦੇ ਨਾਲ ਹੀ ਮੁਸਲਮਾਨਾਂ ਵਾਂਗ ਉਹਨਾਂ ਵਿੱਚ ਧਾਰਮਿਕ ਉਤਸ਼ਾਹ ਦੀਆਂ ਭਾਵਨਾ ਵੀ ਨਹੀਂ ਪਾਈਆਂ ਜਾਂਦੀਆਂ ਸੀਗੀਆਂ। ਇਸ ਕਰਕੇ ਜਦੋਂ ਰਾਸ਼ਟਰੀ ਸੰਕਟ ਉਸ ਸਮੇਂ ਪਿਆ ਤਾਂ ਉਸ ਸਮੇਂ ਉਹ ਡਟ ਕੇ ਮੁਕਾਬਲਾ ਨਹੀਂ ਕਰ ਪਾਏ ਯੂਨਿਟੀ ਦੀ ਕਮੀ ਦੇ ਕਾਰਨ। ਉਸ ਤੋਂ ਬਾਅਦ ਨੈਕਸਟ ਹੈ ਸਾਡੇ ਕੋਲ ਮੁਸਲਮਾਨ ਸੁਲਤਾਨਾਂ ਦਾ ਗੱਠਜੋੜ, ਅਲਾਇੰਸ ਆਫ ਮੁਸਲਿਮ ਸੁਲਤਾਨਸ। ਮੁਸਲਿਮ ਸੁਲਤਾਨਾਂ ਦੇ ਵਿੱਚ ਪਹਿਲਾਂ ਆਪਸ ਦੇ ਵਿੱਚ ਤਾਲਮੇਲ ਨਹੀਂ ਸੀ, ਆਪਸ ਦੇ ਵਿੱਚ ਉਹ ਇੱਕ ਦੂਸਰੇ ਨਾਲ ਦੁਸ਼ਮਣੀ ਪਾ ਕੇ ਰੱਖਦੇ ਸੀ, ਲੇਕਿਨ ਬਾਅਦ ਦੇ ਵਿੱਚ ਕਹਿੰਦੇ ਕਿ ਉਹਨਾਂ ਨੇ ਜਿਵੇਂ ਅਹਿਮਦਨਗਰ, ਬੀਜਾਪੁਰ, ਗੋਲਕੁੰਡਾ ਅਤੇ ਬਿਦਰ ਦੇ ਸੁਲਤਾਨ ਨੇ ਆਪਸ ਦੇ ਵਿੱਚ ਗੱਠਜੋੜ ਕਰ ਲਿਆ ਸੀ, ਉਹਨਾਂ ਨੇ ਏਕਾ ਕਰ ਲਿਆ ਸੀ ਅਤੇ ਰਲ ਕੇ ਉਹਨਾਂ ਨੇ ਚਾਰ ਰਾਜਾਂ ਨੇ ਵਿਜੇਨਗਰ ਸਾਮਰਾਜ 'ਤੇ ਹਮਲਾ ਕੀਤਾ ਸੀਗਾ, ਜਿਸ ਕਰਕੇ ਵਿਜੇਨਗਰ ਸਾਮਰਾਜ ਦਾ ਪਤਨ ਹੋ ਗਿਆ। ਇਹ ਵੀ ਇੱਕ ਮੇਨ ਕਾਰਨ ਸੀਗਾ। ਉਸ ਤੋਂ ਬਾਅਦ ਨੈਕਸਟ ਹੈ ਸਾਡੇ ਕੋਲ ਵਿਜੇਨਗਰ ਸਾਮਰਾਜ ਦੇ ਪਤਨ ਦੇ ਕਾਰਨਾਂ ਦੇ ਵਿੱਚ ਤਾਲੀਕੋਟ ਦੀ ਲੜਾਈ, ਕਿ ਬੈਟਲ ਆਫ ਤਾਲੀਕੋਟਾ, ਕਿ 23 ਜਨਵਰੀ 1556 ਈਸਵੀ ਨੂੰ ਚਾਰ ਜਿਹੜੀਆਂ ਮੁਸਲਿਮ ਸਟੇਟ ਸੀਗੀਆਂ, ਜਿਨ੍ਹਾਂ ਦੇ ਵਿੱਚ ਅਹਿਮਦਨਗਰ, ਬੀਜਾਪੁਰ, ਗੋਲਕੁੰਡਾ ਅਤੇ ਬਿਦਰ, ਉਹਨਾਂ ਦੀਆਂ ਮਿਲੀਆਂ ਸੈਨਾਵਾਂ ਨੇ ਕੀ ਕੀਤਾ ਕਿ ਤਾਲੀਕੋਟ ਦੀ ਲੜਾਈ ਦੇ ਵਿੱਚ ਵਿਜੇਨਗਰ ਦੀ ਸੈਨਾਵਾਂ ਨੂੰ ਬੁਰੀ ਤਰ੍ਹਾਂ ਹਰਾਇਆ ਸੀਗਾ। ਉਸ ਤੋਂ ਬਾਅਦ ਜਿਹੜਾ ਉਸ ਸਮੇਂ ਵਿਜੇਨਗਰ ਰਾਜ ਦਾ ਮੁਖੀ ਸੀ ਰਾਮ ਰਾਏ, ਉਹ ਦੁਸ਼ਮਣਾਂ ਦੇ ਹੱਥ ਵਿੱਚ ਆ ਗਿਆ ਸੀ, ਉਸ ਦੀ ਬਾਅਦ ਦੇ ਵਿੱਚ ਮੌਤ ਵੀ ਹੋ ਗਈ ਸੀਗੀ। ਇਹ ਸਾਰੇ ਅਸੀਂ ਕਾਰਨ ਮੰਨਦੇ ਹਾਂ ਕਿ ਵਿਜੇਨਗਰ ਸਾਮਰਾਜ ਦਾ ਪਤਨ ਜਦੋਂ ਹੋ ਗਿਆ ਸੀਗਾ, ਵਿਜੇਨਗਰ ਸਾਮਰਾਜ ਦੇ ਪਤਨਾਂ ਦੇ ਵਿੱਚ। ਉਸ ਤੋਂ ਬਾਅਦ ਨੈਕਸਟ ਹੈ ਸਾਡੇ ਕੋਲ, ਇਹ ਤਾਂ ਸੀ ਵਿਜੇਨਗਰ ਸਾਮਰਾਜ ਦੇ ਪਤਨ ਦੇ ਕਾਰਨ। ਹੁਣ ਅਸੀਂ ਗੱਲ ਕਰਾਂਗੇ ਕਿ ਵਿਜੇਨਗਰ ਦੇ ਸ਼ਾਸਕਾਂ ਦਾ ਰਾਜ ਪ੍ਰਬੰਧ, ਐਡਮਿਨਿਸਟ੍ਰੇਸ਼ਨ ਆਫ ਦਾ ਵਿਜੇਨਗਰ ਕਿੰਗਸ, ਜਿਸ ਦੇ ਵਿੱਚ ਸਭ ਤੋਂ ਪਹਿਲਾਂ ਹੈ ਕੇਂਦਰੀ ਸਰਕਾਰ। ਕਹਿੰਦੇ ਕਿ ਵਿਜੇਨਗਰ ਦੇ ਸ਼ਾਸਕਾਂ ਨੇ ਲਗਭਗ 300 ਸਾਲ ਰਾਜ ਕੀਤਾ ਸੀਗਾ। ਉਸ ਦੇ ਵਿੱਚ ਅਸੀਂ ਕੇਂਦਰੀ ਸਰਕਾਰ ਦੀ ਗੱਲ ਕਰਦੇ ਹਾਂ, ਜਿਸ ਦੇ ਵਿੱਚ ਸਭ ਤੋਂ ਪਹਿਲਾਂ ਹੈ ਰਾਜਾ, ਕਿੰਗ। ਵਿਜੇਨਗਰ ਸਾਮਰਾਜ ਦਾ ਜਿਹੜਾ ਰੂਪ ਸੀਗਾ ਉਹ ਜਾਗੀਰਦਾਰੀ ਸੰਗਠਨ ਵਾਲਾ ਸੀਗਾ, ਅਤੇ ਜਿਸ ਦਾ ਮੁਖੀ ਜਿਹੜਾ ਹੈ ਉਹ ਰਾਜਾ ਹੁੰਦਾ ਸੀਗਾ, ਸਰਵਉੱਚ ਅਧਿਕਾਰੀ ਸੀਗਾ, ਸਾਰੀਆਂ ਸ਼ਕਤੀਆਂ ਉਸ ਦੇ ਕੋਲ ਸਨ। ਲੇਕਿਨ ਨਿਰਕੁਸ਼ ਹੁੰਦੇ ਹੋਏ ਵੀ ਵਿਜੇਨਗਰ ਸਾਮਰਾਜ ਦੇ ਜਿਹੜੇ ਰਾਜੇ ਸੀ ਉਹ ਅਤਿਆਚਾਰੀ ਨਹੀਂ ਸਨ। ਉਸ ਤੋਂ ਬਾਅਦ ਨੈਕਸਟ ਸਾਡੇ ਕੋਲ ਹੈ ਕੇਂਦਰੀ ਸਰਕਾਰ ਦੇ ਵਿੱਚ ਹੈ ਮੰਤਰੀ, ਮਨਿਸਟਰਸ।
ਮੰਤਰੀਆਂ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਰਾਜ ਪ੍ਰਬੰਧ ਨੂੰ ਸਹਿਯੋਗ ਦੇਣ ਲਈ ਔਰ ਰਾਜੇ ਨੂੰ ਸਹਿਯੋਗ ਦੇਣ ਲਈ ਉਸ ਸਮੇਂ ਰਾਜਾ ਆਮ ਮੰਤਰੀ ਦੀ ਨਿਯੁਕਤੀ ਕਰਦਾ ਸੀ ਕਿ 6 ਤੋਂ 8 ਮੰਤਰੀ ਉਸਨੇ ਰੱਖੇ ਹੋਏ ਸਨ ਜਿਹੜੇ ਕਿ ਵੱਖ-ਵੱਖ ਵਿਭਾਗਾਂ ਦੀ ਦੇਖਭਾਲ ਕਰਦੇ ਸੀਗੇ। ਉਸ ਤੋਂ ਬਾਅਦ ਜ਼ਿਆਦਾਤਰ ਇਹ ਉੱਚ ਅਧਿਕਾਰੀ ਹੀ ਹੁੰਦੇ ਸਨ। ਨੈਕਸਟ ਹੈ ਸਾਡੇ ਕੋਲ ਸ਼ਾਹੀ ਦਰਬਾਰ, ਰਾਇਲ ਦਰਬਾਰ। ਮੱਧਕਾਲ ਵਿੱਚ ਰਾਜ ਦਾ ਸੁੰਦਰ ਸ਼ਾਹੀ ਦਰਬਾਰ ਰਾਜਨੀਤਿਕ ਜੀਵਨ ਦਾ ਅਤਿਅੰਤ ਇੱਕ ਜ਼ਰੂਰੀ ਅੰਗ ਸੀਗਾ ਤੇ ਵਿਜੇਨਗਰ ਦੇ ਸਮਰਾਟਾਂ ਨੇ ਵੀ ਮੁਸਲਮਾਨ ਸ਼ਾਸਕਾਂ ਦੇ ਵਾਂਗ ਇੱਕ ਸ਼ਾਹੀ ਦਰਬਾਰ ਕਾਇਮ ਕਰਨ ਲਈ ਅਥਾਹ ਧਨ ਖਰਚ ਕੀਤਾ ਸੀਗਾ ਉਸ ਸਮੇਂ ਕਿ ਸ਼ਾਹੀ ਦਰਬਾਰ ਵਿੱਚ ਅਨੇਕਾਂ ਕੁਲੀਨ, ਪ੍ਰੋਹਿਤ, ਜੋਤਿਸ਼, ਸੰਗੀਤਕਾਰ ਔਰ ਬਹੁਤ ਵੱਡੇ ਵੱਡੇ ਵਿਦਵਾਨ ਵੀ ਉਸ ਸਮੇਂ ਹੁੰਦੇ ਸਨ। ਤਾਂ ਇਸ ਤਰ੍ਹਾਂ ਕੇਂਦਰੀ ਸਰਕਾਰ ਦੇ ਇਹ ਸਾਰੇ ਜਿਹੜੇ ਕਿ ਮੇਨ ਰਾਜਾ, ਮੰਤਰੀ ਔਰ ਸ਼ਾਹੀ ਦਰਬਾਰ ਦੇ ਇਹ ਪੁਆਇੰਟਸ ਆਉਂਦੇ ਹੈਗੇ ਆ, ਇਹ ਬੇਟਾ ਤੁਸੀਂ ਨੋਟ ਕਰ ਲੈਣੇ ਆ। ਉਸ ਤੋਂ ਬਾਅਦ ਨੈਕਸਟ ਹੈ ਸਾਡੇ ਕੋਲ ਪ੍ਰਾਂਤਿਕ ਅਤੇ ਸਥਾਨਿਕ ਪ੍ਰਬੰਧ, ਪ੍ਰੋਵਿੰਸ਼ੀਅਲ ਐਂਡ ਲੋਕਲ ਐਡਮਿਨਿਸਟ੍ਰੇਸ਼ਨ, ਜਿਸ ਦੇ ਵਿੱਚ ਅਸੀਂ ਪਹਿਲਾਂ ਗੱਲ ਕਰਦੇ ਹਾਂ ਪ੍ਰਾਂਤਿਕ ਪ੍ਰਸ਼ਾਸਨ ਦੇ ਬਾਰੇ, ਪ੍ਰੋਵਿੰਸ਼ੀਅਲ ਐਡਮਿਨਿਸਟ੍ਰੇਸ਼ਨ ਦੇ ਬਾਰੇ। ਉਸ ਦੇ ਵਿੱਚ ਕਿ ਵਿਜੇਨਗਰ ਦਾ ਜਿਹੜਾ ਸਾਮਰਾਜ ਸੀ ਉਹ ਟੋਟਲ 6 ਪਾਰਟਸ ਦੇ ਵਿੱਚ 6 ਪ੍ਰਾਂਤਾਂ ਦੇ ਵਿੱਚ ਵੰਡਿਆ ਹੋਇਆ ਸੀਗਾ ਤੇ ਹਰ ਪ੍ਰਾਂਤ ਦਾ ਇੱਕ ਮੁਖੀ ਹੁੰਦਾ ਸੀ ਜਿਸ ਨੂੰ ਗਵਰਨਰ ਜਾਂ ਉਹ ਨਾਇਕ ਕਿਹਾ ਜਾਂਦਾ ਸੀਗਾ ਅਤੇ ਇਹ ਆਮ ਤੌਰ 'ਤੇ ਰਾਜ ਪਰਿਵਾਰ ਜਾਂ ਉੱਚ ਕੁਲੀਨ ਵਰਗ ਦੇ ਵਿੱਚੋਂ ਹੁੰਦਾ ਸੀਗਾ। ਉਸ ਵਿੱਚ ਉਸ ਦੇ ਕੋਲ ਪ੍ਰਾਂਤਾਂ ਨੂੰ ਚਲਾਉਣ ਲਈ ਹਰ ਤਰ੍ਹਾਂ ਦੀ ਸਿਵਲ, ਸੈਨਿਕ ਅਤੇ ਨਿਆਂ ਸ਼ਕਤੀ ਹੁੰਦੀ ਸੀ। ਉਸ ਤੋਂ ਬਾਅਦ ਜ਼ਿਲ੍ਹਿਆਂ ਅਤੇ ਪਿੰਡਾਂ ਦਾ ਪ੍ਰਬੰਧ, ਡਿਸਟ੍ਰਿਕਟ ਐਂਡ ਵਿਲੇਜ ਐਡਮਿਨਿਸਟ੍ਰੇਸ਼ਨ। ਹਰੇਕ ਪ੍ਰਾਂਤ ਨੂੰ ਅੱਗੇ ਕਈ ਜ਼ਿਲ੍ਹਿਆਂ ਵਿੱਚ ਵੰਡਿਆ ਜਾਂਦਾ ਸੀ। ਜ਼ਿਲ੍ਹੇ ਨੂੰ ਉਸ ਸਮੇਂ ਨਾਡੂ ਕਿਹਾ ਜਾਂਦਾ ਸੀ ਜਾਂ ਕੋਟਮ ਕਿਹਾ ਜਾਂਦਾ ਸੀ। ਜ਼ਿਲ੍ਹੇ ਦਾ ਅਧਿਕਸ਼ ਜਿਹੜਾ ਹੈ ਉਹ ਆਪਣੇ ਇਲਾਕੇ ਵਿੱਚ ਰਾਜੇ ਦੇ ਆਦੇਸ਼ਾਂ ਨੂੰ ਲਾਗੂ ਕਰਵਾਉਂਦਾ ਸੀ ਅਤੇ ਕੋਈ ਵੀ ਜਿਹੜੇ ਇਲੀਗਲ ਐਲੀਮੈਂਟਸ ਹੁੰਦੇ ਸੀਗੇ ਲਾਈਕ ਜਿਵੇਂ ਚੋਰ, ਡਾਕੂ, ਇਹਨਾਂ ਦੇ ਵਿਰੁੱਧ ਕਾਰਵਾਈ ਕਰਦਾ ਸੀਗਾ। ਅਤੇ ਰਾਜ ਦੀ ਸਭ ਤੋਂ ਛੋਟੀ ਇਕਾਈ ਪਿੰਡ ਹੁੰਦੀ ਸੀ ਉਸ ਸਮੇਂ ਅਤੇ ਜਿਸ ਦਾ ਪ੍ਰਬੰਧ ਪੰਚਾਇਤ ਚਲਾਉਂਦੀ ਸੀਗੀ। ਉਸ ਸਮੇਂ ਜਿਵੇਂ ਅੱਜ ਕੱਲ੍ਹ ਪੰਚਾਇਤ ਦੇ ਮੁਖੀ ਨੂੰ ਸਰਪੰਚ ਕਿਹਾ ਜਾਂਦਾ ਹੈ ਤਾਂ ਉਸ ਸਮੇਂ ਮੁਖੀ ਨੂੰ ਆਏ ਹਾਰ ਕਿਹਾ ਜਾਂਦਾ ਸੀਗਾ ਜਿਸ ਦੀ ਪਦਵੀ ਜਿਹੜੀ ਹੈਗੀ ਉਹ ਪੈਤਰਿਕ ਹੁੰਦੀ ਸੀ। ਉਸ ਤੋਂ ਬਾਅਦ ਨੈਕਸਟ ਹੈ ਸਾਡੇ ਕੋਲ ਵਿੱਤੀ ਪ੍ਰਬੰਧ, ਫਾਈਨੈਂਸ਼ੀਅਲ ਐਡਮਿਨਿਸਟ੍ਰੇਸ਼ਨ, ਜਿਸ ਦੇ ਵਿੱਚ ਪਹਿਲਾਂ ਹੈ ਭੂਮੀ ਕਰ, ਲੈਂਡ ਰੈਵਨਿਊ। ਭੂਮੀ ਕਰ ਉਹ ਕਹਿੰਦੇ ਕਿ ਰਾਜਾ ਆਪਣੀ ਜ਼ਮੀਨ ਜਿਹੜੀ ਆ ਉਹ ਭੂਮੀਪਤੀਆਂ ਵਿੱਚ ਵੰਡ ਦਿੰਦਾ ਸੀ ਅਤੇ ਭੂਮੀਪਤੀ ਜਿਹੜੇ ਸੀ ਉਹ ਆਪਣੀ ਜ਼ਮੀਨ ਨੂੰ ਅੱਗੇ ਕਿਸਾਨਾਂ 'ਚ ਵੰਡ ਦਿੰਦੇ ਸੀ। ਬਾਅਦ ਦੇ ਵਿੱਚ ਰਾਜ ਦੇ ਸਰਕਾਰੀ ਅਧਿਕਾਰੀ ਜਿਹੜੇ ਸੀ ਉਹ ਕਿਸਾਨਾਂ ਤੋਂ ਟੈਕਸ ਵਸੂਲ ਕਰਦੇ ਸੀ। 1/6 ਤੋਂ 1/2 ਭਾਗ ਤੱਕ ਟੈਕਸ ਦੀ ਜਿਹੜੀ ਦਰ ਰੱਖੀ ਹੋਈ ਸੀ। ਇਹ ਦਰ, ਇਹ ਕਾਰੇ ਟੈਕਸ ਜਿਹੜਾ ਸੀ ਉਹ ਫਸਲ ਜਾਂ ਨਗਦੀ ਦੇ ਰੂਪ ਵਿੱਚ ਵੀ ਦਿੱਤਾ ਜਾ ਸਕਦਾ ਸੀ। ਉਸ ਤੋਂ ਬਾਅਦ ਹੈ ਅਦਰ ਸੋਰਸਿਸ ਆਫ ਇਨਕਮ, ਆਮਦਨੀ ਦੇ ਹੋਰ ਸਾਧਨ। ਭੂਮੀ ਕਰ ਤੋਂ ਇਲਾਵਾ ਸਰਕਾਰ ਦੀ ਆਮਦਨ ਦੇ ਹੋਰ ਜਿਹੜੇ ਸਾਧਨ ਸੀਗੇ ਉਹਨਾਂ ਦੇ ਵਿੱਚ ਟੈਕਸ ਔਰ ਤਿਆਰ ਕੀਤੀਆਂ ਜਿਹੜੀਆਂ ਵਸਤੂਆਂ 'ਤੇ ਟੈਕਸ ਲਾਇਆ ਜਾਂਦਾ ਸੀ। ਉਸ ਤੋਂ ਬਾਅਦ ਮਹਿਸੂਲ, ਚੁੰਗੀ, ਵਿਆਹ ਟੈਕਸ, ਰਾਜੇ ਨੂੰ ਭੇਟ ਕੀਤੇ ਗਏ ਤੋਹਫੇ, ਯੁੱਧਾਂ ਦੇ ਵਿੱਚੋਂ ਲੁੱਟਿਆ ਹੋਇਆ ਧਨ ਦੌਲਤ ਸਮਾਨ, ਇਸ ਤਰ੍ਹਾਂ ਅਧੀਨ ਸ਼ਾਸਕਾਂ ਤੋਂ ਪ੍ਰਾਪਤ ਕੀਤੀ ਗਈ ਵਸੂਲੀ। ਤਾਂ ਇਸ ਤਰ੍ਹਾਂ ਕਾਫੀ ਜਿਹੜੇ ਹੋਰ ਸੋਰਸਿਸ ਸੀਗੇ ਆਮਦਨੀ ਦੇ। ਉਸ ਤੋਂ ਬਾਅਦ ਹੈ ਐਕਸਪੈਂਡੀਚਰ, ਖਰਚ ਕਿਵੇਂ ਕੀਤਾ ਜਾਂਦਾ ਸੀ। ਰਾਜ ਮਹਿਲ ਦੇ ਉੱਪਰ, ਮੰਤਰੀਆਂ ਅਤੇ ਹੋਰ ਅਧਿਕਾਰੀਆਂ ਦੀਆਂ ਤਨਖਾਹਾਂ ਦੇ ਉੱਪਰ, ਸੈਨਾ ਦੇ ਉੱਪਰ, ਮੰਦਰਾਂ ਦੇ ਉੱਪਰ, ਵਿਦਵਾਨ, ਕਵੀਆਂ, ਕਲਾਕਾਰ, ਇਹਨਾਂ ਨੂੰ ਸਨਮਾਨ ਕਰਨ ਦੇ ਲਈ ਇਨਾਮੀ ਰਾਸ਼ੀ ਦੇ ਉੱਪਰ ਖਰਚ। ਇਸ ਤਰ੍ਹਾਂ ਜ਼ਿਆਦਾਤਰ ਲੇਕਿਨ ਜਿਹੜਾ ਭਾਗ ਸੀ ਆਮਦਨੀ ਦਾ ਉਹ ਸੈਨਾ ਦੇ ਉੱਪਰ ਖਰਚ ਕੀਤਾ ਜਾਂਦਾ ਸੀ। ਉਸ ਤੋਂ ਬਾਅਦ ਨੈਕਸਟ ਹੈ ਸਾਡੇ ਕੋਲ ਨਿਆਂ ਪ੍ਰਬੰਧ ਕਿ ਨਿਆਂ ਪ੍ਰਬੰਧ ਸਭ ਤੋਂ ਜਿਹੜਾ ਉਹ ਜੁਡੀਸ਼ੀਅਲ ਐਡਮਿਨਿਸਟ੍ਰੇਸ਼ਨ ਦੇ ਵਿੱਚ ਐਕਸਟ੍ਰੀਮ 'ਤੇ ਹੁੰਦੀ ਸੀ। ਰਾਜਾ ਆਪ ਹੁੰਦਾ ਸੀਗਾ। ਪ੍ਰਾਂਤਾਂ ਵਿੱਚ ਗਵਰਨਰਾਂ ਕੋਲ ਅਧਿਕਾਰ ਸੀਗੇ ਅਤੇ ਲੋਕਲ ਲੈਵਲ 'ਤੇ ਪੰਚਾਇਤਾਂ ਕੋਲ ਅਧਿਕਾਰ ਸੀ। ਲਿਖਤੀ ਕੋਈ ਕਾਨੂੰਨ ਨਹੀਂ ਸੀ ਔਰ ਰੀਤੀ ਰਿਵਾਜਾਂ ਦੇ ਆਧਾਰ ਤੋਂ ਉਸ ਸਮੇਂ ਕਾਨੂੰਨ ਹੁੰਦੇ ਸਨ ਅਤੇ ਜ਼ਿਆਦਾ ਉਸ ਸਮੇਂ ਸਖਤ ਸਜ਼ਾਵਾਂ ਨਹੀਂ ਦਿੱਤੀਆਂ ਜਾਂਦੀਆਂ ਸਨ। ਉਸ ਤੋਂ ਬਾਅਦ ਹੈ ਸਾਡੇ ਕੋਲ ਪੁਲਿਸ ਪ੍ਰਬੰਧ, ਪੁਲਿਸ ਸਿਸਟਮ। ਪੁਲਿਸ ਪ੍ਰਬੰਧ ਉਹ ਕਹਿੰਦੇ ਕਿ ਉਸ ਸਮੇਂ ਨਿਯਮ ਬਣਾ ਦਿੱਤਾ ਗਿਆ ਸੀਗਾ ਕਿ ਜਿਹੜੇ ਪੁਲਿਸ ਦੇ ਅਧਿਕਾਰੀ ਹੁੰਦੇ ਸੀਗੇ ਉਹ ਜਦੋਂ ਕੋਈ ਚੋਰੀ ਹੁੰਦੀ ਸੀ, ਅਗਰ ਉਹ ਅਪਰਾਧੀ ਨੂੰ ਲੱਭਣਾ ਉਹਨਾਂ ਦਾ ਫਰਜ਼ ਹੁੰਦਾ ਸੀ। ਅਗਰ ਉਹ ਨਹੀਂ ਲੱਭਦੇ ਸੀ ਤਾਂ ਜਿੰਨਾ ਮਾਲ ਚੋਰੀ ਹੋਇਆ ਹੁੰਦਾ ਸੀ ਉਹਨਾਂ ਨੂੰ ਆਪ ਉਹਨਾਂ ਮਾਲ ਜਿਹੜਾ ਹੈ ਉਹ ਜਮ੍ਹਾਂ ਕਰਾਉਣਾ ਪੈਂਦਾ ਸੀ ਜਾਂ ਵਾਪਸ ਦੇਣਾ ਪੈਂਦਾ ਸੀ, ਜਿਸ ਕਰਕੇ ਬਹੁਤ ਹੀ ਪੁਲਿਸ ਕਰਮਚਾਰੀ ਸੁਚੱਜੇ ਤਰੀਕੇ ਦੇ ਨਾਲ ਆਪਣੀ ਡਿਊਟੀ ਨੂੰ ਨਿਭਾਉਂਦੇ ਸਨ। ਨੈਕਸਟ ਸਾਡੇ ਕੋਲ ਸੈਨਿਕ ਸੰਗਠਨ।
ਵਿਜੇਨਗਰ ਸਾਮਰਾਜ ਦੇ ਸ਼ਾਸਕਾਂ ਨੇ ਇੱਕ ਵਿਸ਼ਾਲ ਸੈਨਾ ਦਾ ਸੰਗਠਨ ਕੀਤਾ ਸੀ। ਉਹਨਾਂ ਨੇ ਘੋੜਸਵਾਰ, ਪੈਦਲ ਸੈਨਿਕ, ਤੋਪਖਾਨਾ ਅਤੇ ਹਾਥੀ ਆਪਣੀ ਸੈਨਾ ਦੇ ਵਿੱਚ ਸ਼ਾਮਲ ਕੀਤੇ ਸੀਗੇ। ਉਸ ਸਮੇਂ ਵਧੀਆ ਕਿਸਮ ਦੇ ਜਿਹੜੇ ਘੋੜੇ ਅਰਬੀ ਨਸਲ ਦੇ ਉਹ ਅਰਬੀ ਅਤੇ ਇਰਾਨੀ ਘੋੜੇ ਉਹਨਾਂ ਨੇ ਮੰਗਵਾਏ ਅਤੇ ਇਸ ਤੋਂ ਇਲਾਵਾ ਸਮੰਤਾਂ ਜਾਂ ਜਾਗੀਰਦਾਰਾਂ ਜਿਨ੍ਹਾਂ ਦੀ ਕੁੱਲ ਗਿਣਤੀ ਲਗਭਗ 200 ਦੇ ਕਰੀਬ ਮੰਨੀ ਜਾਂਦੀ ਹੈ, ਉਹਨਾਂ ਨੇ ਵੀ ਸੈਨਾ ਜਿਹੜੀ ਆਪਣੇ ਲਈ ਰੱਖੀ ਸੀ। ਉਸ ਤੋਂ ਬਾਅਦ ਨੈਕਸਟ ਹੈ ਸਾਡੇ ਕੋਲ ਵਿਜੇਨਗਰ ਸਾਮਰਾਜ ਵਿੱਚ ਸਾਹਿਤ ਅਤੇ ਕਲਾ, ਲਿਟਰੇਚਰ ਐਂਡ ਆਰਟ ਇਨ ਵਿਜੇਨਗਰ ਅੰਪਾਇਰ, ਜਿਸ ਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਕੋਲ ਲਿਟਰੇਚਰ ਸਾਹਿਤ। ਉਹਦੇ ਸਾਹਿਤ ਦੇ ਵਿੱਚ ਉਸ ਸਮੇਂ ਬੜੀ ਉન્નਤੀ ਹੋਈ ਸੀਗੀ ਕਿਉਂਕਿ ਉਸ ਸਮੇਂ ਦੇ ਰਾਜੇ ਆਪ ਵੀ ਇੱਕ ਚੰਗੇ ਵਿਦਵਾਨ ਸਨ। ਕ੍ਰਿਸ਼ਨ ਦੇਵ ਰਾਏ ਖੁਦ ਇੱਕ ਬਹੁਤ ਅੱਛਾ ਵਿਦਵਾਨ ਸੀ ਜਿਸ ਨੇ ਤੇਲਗੂ ਵਿੱਚ ਆਪਣੀਆਂ ਜਿਹੜੀਆਂ ਉਹ ਰਚਨਾਵਾਂ ਦੀ ਕਵਿਤਾਵਾਂ ਦੀ ਰਚਨਾ ਕੀਤੀ ਸੀਗੀ। ਉਸ ਦੇ ਦਰਬਾਰ ਦੇ ਵਿੱਚ 8 ਕਵੀ ਵੀ ਸਨ ਜਿਨ੍ਹਾਂ ਨੂੰ ਅਸ਼ਟ ਦਿੱਗਜ ਵੀ ਕਿਹਾ ਜਾਂਦਾ ਸੀ। ਨੈਕਸਟ ਹੈ ਸਾਡੇ ਕੋਲ ਕਲਾ ਅਤੇ ਇਮਾਰਤਕਾਰੀ ਕਿ ਵਿਜੇਨਗਰ ਦੇ ਸਮਰਾਟਾਂ ਨੇ ਕਲਾ ਅਤੇ ਇਮਾਰਤਕਾਰੀ ਦੇ ਵਿੱਚ ਵੀ ਬਹੁਤ ਰੁਚੀ ਦਿਖਾਈ ਔਰ ਬਹੁਤ ਸਾਰੀਆਂ ਇਮਾਰਤਾਂ ਦਾ ਉਹਨਾਂ ਨੇ ਨਿਰਮਾਣ ਵੀ ਕਰਵਾਇਆ ਸੀ। ਉਸ ਤੋਂ ਬਾਅਦ ਨੈਕਸਟ ਹੈ ਸਾਡੇ ਕੋਲ ਸਮਾਜਿਕ ਅਤੇ ਧਾਰਮਿਕ ਜੀਵਨ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਸੋਸ਼ਲ ਰਿਲੀਜੀਅਸ ਲਾਈਫ ਦੇ ਵਿੱਚ ਸੋਸ਼ਲ ਲਾਈਫ ਦੀ, ਸਮਾਜਿਕ ਜੀਵਨ ਦੀ, ਜਿਸ ਦੇ ਵਿੱਚ ਹੈ ਸਭ ਤੋਂ ਪਹਿਲਾਂ ਹਿੰਦੂਆਂ ਵਿੱਚ ਜਾਤੀ ਪ੍ਰਥਾ, ਕਾਸਟ ਸਿਸਟਮ ਅਮੰਗ ਦਾ ਹਿੰਦੂਜ਼। ਉਸ ਸਮੇਂ 4 ਮੁੱਖ ਜਾਤਾਂ ਸਨ, ਬ੍ਰਾਹਮਣ, ਕਸ਼ਤਰੀਆ, ਵੈਸ਼ ਅਤੇ ਸ਼ੂਦਰ, ਅਤੇ ਬ੍ਰਾਹਮਣਾਂ ਦਾ ਬਹੁਤ ਸਤਿਕਾਰ ਕੀਤਾ ਜਾਂਦਾ ਸੀ। ਉਸ ਤੋਂ ਬਾਅਦ ਨੈਕਸਟ ਹੈ ਸਾਡੇ ਕੋਲ ਮੁਸਲਮਾਨਾਂ ਦੀਆਂ ਸ਼੍ਰੇਣੀਆਂ, ਕਲਾਸਿਸ ਇਨ ਦਾ ਮੁਸਲਿਮਸ। ਮੁਸਲਿਮ ਉਸ ਸਮੇਂ 2 ਸੰਪਰਦਾਵਾਂ ਵਿੱਚ ਵੰਡੇ ਹੋਏ ਸੀ, ਸ਼ੀਆ ਅਤੇ ਸੁੰਨੀ। ਉਸ ਸਮੇਂ ਦੱਖਣ ਦੇ ਵਿੱਚ ਜਿਹੜੇ ਕਾਫੀ ਇਹ ਸਾਜ਼ਿਸ਼ਾਂ ਕਰਦੀਆਂ ਰਹਿੰਦੀਆਂ ਸੀ ਇਹ ਸ਼੍ਰੇਣੀਆਂ ਵਿਜੇਨਗਰ ਸਾਮਰਾਜ ਦੇ ਵਿਰੁੱਧ। ਉਸ ਤੋਂ ਬਾਅਦ ਇਸਤਰੀਆਂ ਦੀ ਸਥਿਤੀ, ਉਸ ਪੋਜੀਸ਼ਨ ਆਫ ਵੂਮੈਨ, ਇਸਤਰੀਆਂ ਦੀ ਸਥਿਤੀ ਬਹੁਤ ਚੰਗੀ ਸੀ ਉਸ ਸਮੇਂ ਔਰ ਉਹਨਾਂ ਦੀ ਮੌਜੂਦਗੀ ਜਿਹੜੀ ਹਰ ਆਪਣਾ ਫੰਕਸ਼ਨ ਦੇ ਵਿੱਚ ਜ਼ਰੂਰੀ ਮੰਨੀ ਜਾਂਦੀ ਸੀ। ਜਦੋਂ ਅਸੀਂ ਭੋਜਨ ਦੀ ਗੱਲ ਕਰਦੇ ਹਾਂ ਤਾਂ ਉਸ ਸਮੇਂ ਭੋਜਨ ਆਮ ਜਿਹੜਾ ਅਨਾਜ, ਦਾਲਾਂ, ਫਲਾਂ, ਸਬਜ਼ੀਆਂ ਦਾ ਭੋਜਨ ਉਹ ਲੋਕ ਕਰਦੇ ਸੀਗੇ। ਨੈਕਸਟ ਹੈ ਸਾਡੇ ਕੋਲ ਕੱਪੜੇ ਅਤੇ ਗਹਿਣੇ, ਡਰੈਸ ਐਂਡ ਆਰਨਾਮੈਂਟਸ। ਕੱਪੜੇ ਅਤੇ ਗਹਿਣੇ ਦੀ ਜੋ ਗੱਲ ਕਰਦੇ ਆ ਕਿ ਲੋਕ ਸੂਤੀ ਅਤੇ ਰੈਸ਼ਮੀ ਕੱਪੜੇ ਪਾਉਂਦੇ ਸੀਗੇ। ਉਸ ਸਮੇਂ ਰਾਜ ਦੀ ਜਿਹੜੇ ਡਰੈਸਿਸ ਸੀਗੀਆਂ ਉਹ ਬਹੁਤ ਜ਼ਿਆਦਾ ਚੰਗੀਆਂ ਹੁੰਦੀਆਂ ਸੀ, ਬਹੁਤ ਕੀਮਤੀ ਪੁਸ਼ਾਕਾਂ ਉਹਨਾਂ ਦੇ ਉਸ ਸਮੇਂ ਦੇ ਰਾਜੇ ਪਹਿਨਦੇ ਸਨ। ਉਸ ਤੋਂ ਬਾਅਦ ਅਸੀਂ ਮਨੋਰੰਜਨ ਦੀ ਗੱਲ ਕਰਦੇ ਹਾਂ, ਅਮਿਊਜ਼ਮੈਂਟਸ। ਲੋਕਾਂ ਦੇ ਮਨੋਰੰਜਨ ਦੇ ਮੁੱਖ ਸਾਧਨ ਜਿਹੜੇ ਸੀਗੇ ਉਹ ਕੁਸ਼ਤੀਆਂ, ਪਸ਼ੂ ਪੰਛੀਆਂ ਦੀ ਲੜਾਈਆਂ, ਦੌੜਾਂ, ਜੂਆ, ਨਾਚ ਗਾਣਾ ਇਹ ਸਨ। ਇਹਨਾਂ ਦੇ ਨਾਲ ਇਸ ਤਰੀਕਿਆਂ ਦੇ ਨਾਲ ਵੱਡੇ ਲੋਕ ਵੱਡੇ ਤਰੀਕਿਆਂ ਦੇ ਨਾਲ ਆਪਣੇ ਮਨੋਰੰਜਨ ਕਰਦੇ ਸੀਗੇ। ਉਸ ਤੋਂ ਬਾਅਦ ਨੈਕਸਟ ਹੈ ਸਾਡੇ ਕੋਲ ਐਜੂਕੇਸ਼ਨ, ਸਿੱਖਿਆ ਕਿ ਸਿੱਖਿਆ ਦਾ ਪ੍ਰਬੰਧ ਜਿਹੜੀ ਮੁੱਢਲੀ ਐਜੂਕੇਸ਼ਨ ਹੈ ਉਹ ਪਿੰਡਾਂ ਦੇ ਵਿੱਚ ਹੀ ਹੁੰਦੀ ਸੀ। ਉਹਨਾਂ ਨੂੰ ਪੜ੍ਹਨ ਲਿਖਣ ਦਾ ਹਿਸਾਬ ਵਿੱਦਿਆ ਦਿੱਤੀ ਜਾਂਦੀ ਸੀਗੀ ਅਤੇ ਬਾਅਦ ਦੇ ਵਿੱਚ ਮੱਠਾਂ ਦੇ ਵਿੱਚ ਜਾ ਕੇ ਉਸ ਤੋਂ ਬਾਅਦ ਹਾਇਰ ਐਜੂਕੇਸ਼ਨ ਦੇ ਲਈ ਉਹਨਾਂ ਨੂੰ ਹੋਰ ਅੱਗੇ ਜਿਹੜਾ ਉਹ ਜਾਣਾ ਪੈਂਦਾ ਸੀਗਾ। ਤਾਂ ਉਸ ਤੋਂ ਬਾਅਦ ਹੈ ਸਾਡੇ ਕੋਲ ਧਾਰਮਿਕ ਜੀਵਨ, ਰਿਲੀਜੀਅਸ ਲਾਈਫ। ਰਿਲੀਜੀਅਸ ਲਾਈਫ ਧਾਰਮਿਕ ਜੀਵਨ ਦੇ ਵਿੱਚ ਹਿੰਦੂ ਧਰਮ ਅਤੇ ਇਸਲਾਮ 2 ਜਿਹੜੇ ਮੇਨ ਉਸ ਸਮੇਂ ਦੇ ਧਰਮ ਸਨ ਕਿ ਹਿੰਦੂ ਵਿਜੇਨਗਰ ਸਾਮਰਾਜ ਦੇ ਜਿੰਨੇ ਰਾਜੇ ਸੀ ਉਹ ਹਿੰਦੂ ਧਰਮ ਦੇ ਵਿੱਚ ਬਹੁਤ ਜ਼ਿਆਦਾ ਵਿਸ਼ਵਾਸ ਕਰਦੇ ਸੀਗੇ। ਉਹਨਾਂ ਨੇ ਹਿੰਦੂ ਧਰਮ ਨੂੰ ਉਸ ਸਮੇਂ ਦੁਬਾਰਾ ਤੋਂ ਜਿਹੜਾ ਹੈ ਉਹ ਰਿਵਾਈਵ ਕੀਤਾ ਸੀ, ਦੁਬਾਰਾ ਤੋਂ ਪੁਨਰ ਸੁਰਜੀਤ ਕਰ ਦਿੱਤਾ ਸੀਗਾ ਅਤੇ ਉਸ ਸਮੇਂ ਬਹੁਤ ਸਾਰੇ ਮੰਦਰਾਂ ਦਾ ਨਿਰਮਾਣ ਵੀ ਕਰਵਾਇਆ ਸੀਗਾ। ਉਸ ਸਮੇਂ ਮੰਦਰਾਂ ਪੂਜਾ ਕੀਤੀ ਜਾਂਦੀ ਸੀ ਤਾਂ ਪਸ਼ੂਆਂ ਦੀ ਬਲੀ ਵੀ ਦਿੱਤੀ ਜਾਂਦੀ ਸੀਗੀ। ਇਸਲਾਮ ਦੀ ਗੱਲ ਕਰਦੇ ਹਾਂ ਤਾਂ ਅਸੀਂ ਉਸ ਸਮੇਂ ਸ਼ੀਆ ਸੰਪਰਦਾਇ ਦਾ ਬਾਹਮਣੀ ਸਾਮਰਾਜ ਵਿੱਚ ਬਹੁਤ ਬੋਲਬਾਲਾ ਸੀਗਾ। ਉਸ ਤੋਂ ਬਾਅਦ ਮੁਸਲਿਮ ਸੁਲਤਾਨ ਆਪ ਵੀ ਜਿਹੜੇ ਹੈ ਉਹ ਸ਼ੀਆ ਸੰਪਰਦਾਇ ਦੇ ਵਿੱਚ ਵਿਸ਼ਵਾਸ ਕਰਦੇ ਸਨ। ਉਹਨਾਂ ਨੇ ਕਈ ਮਸਜਿਦਾਂ ਦੀ ਉਸਾਰੀ ਵੀ ਕਰਵਾਈ ਸੀ। ਤਾਂ ਇਸ ਤਰ੍ਹਾਂ ਅਸੀਂ ਇਹ ਦੇਖਦੇ ਹਾਂ ਕਿ ਧਾਰਮਿਕ ਜੀਵਨ ਦੇ ਵਿੱਚ ਹਿੰਦੂ ਧਰਮ ਅਤੇ ਇਸਲਾਮ ਉਸ ਸਮੇਂ 2 ਮੇਨ ਧਰਮ ਸੀਗੇ ਅਤੇ ਬਾਅਦ ਦੇ ਵਿੱਚ ਵਿਜੇਨਗਰ ਦਾ ਜਿਵੇਂ ਹੀ ਪਤਨ ਹੋਇਆ ਤਾਂ ਵਿਜੇਨਗਰ ਦੇ ਪਤਨ ਤੋਂ ਬਾਅਦ ਜਿਹੜਾ ਉਹ ਇਸਲਾਮ ਧਰਮ ਜਿਹੜਾ ਹਾਵੀ ਹੋਣਾ ਸ਼ੁਰੂ ਹੋ ਗਿਆ ਸੀ। ਤਾਂ ਇਸ ਤਰ੍ਹਾਂ ਪਿਆਰੇ ਵਿਦਿਆਰਥੀਓ ਤੁਸੀਂ ਦੇਖਿਆ ਕਿ ਸਭ ਤੋਂ ਪਹਿਲਾਂ ਅਸੀਂ ਵਿਜੇਨਗਰ ਦੇ ਅਲੱਗ-ਅਲੱਗ ਵਿਜੇਨਗਰ ਸਾਮਰਾਜ ਦੇ ਵਿੱਚ ਅਲੱਗ-ਅਲੱਗ ਰਾਜਵੰਸ਼ਾਂ ਨੇ, ਸੰਗਮ ਵੰਸ਼, ਸੁਲਭ ਵੰਸ਼, ਤੁਲਬ ਵੰਸ਼, ਰਵਿੱਦੂ ਵੰਸ਼, ਉਹਨਾਂ ਨੇ ਆਪਣਾ ਰਾਜ ਚਲਾਇਆ ਸੀਗਾ। ਉਸ ਤੋਂ ਬਾਅਦ ਹੌਲੀ ਹੌਲੀ ਸਾਮਰਾਜ ਦਾ ਪਤਨ ਹੋ ਗਿਆ ਅਤੇ ਉਸ ਪਤਨ ਤੋਂ ਬਾਅਦ ਉਹਨਾਂ ਦੇ ਬਾਕੀ ਅਸੀਂ ਪੁਆਇੰਟਸ ਡਿਸਕਸ ਕੀਤੇ। ਉਮੀਦ ਹੈ ਕਿ ਤੁਹਾਨੂੰ ਅੱਛੇ ਤਰੀਕੇ ਨਾਲ ਸਮਝ ਆ ਗਿਆ। ਧੰਨਵਾਦ।